ਸਤਨਾਮ। ਸ੍ਰੀ ਵਾਹਿਗੁਰੂ। ब्रह्म जन जन्म है पार ब्रह्म, एक है आप नहीं कछ भरम। कबीर जैसी उपजी पेड़ ते, जो तैसी निभै ओड़। हीरा किसका बापरा, बुझै न रत्न करो। हर हर जन दो एक हैं, बिब विचार किछ नाहि। जल ते उपज तरंग ज्यों जल ही है समाहि। कबीर जम का ठेंगा बुरा है, कबीर जम का ठेंगा बुरा है, ओ ना सहा जाए। एक जो साधु मोह मिलियो, तिन लिया अंचल लाय। जदों कदे भी जग ते कोई मर्द अगंबड़ा आउंदा, जदों कदे भी जग ते कोई मर्द अगंबड़ा आउंदा, भुलिया भटकिया ताई ओह है राह मौला दे पाउंदा। नैन तेरे एह गोया जेकर जलवा रब्बी चाहुंदे, तां महापुरखां दे अंदर दिसू। रब ही रूप वटाउंदा जिन्ना न विसरे, नाम सेक नेहा भेद जानो मूल साईं जेहा। साध की शोभा साध बन आई, नानक साध प्रभ भेद न पाई। गुरु शब्द नाल जुड़े अते जोड़िया, आप तरे जग तारिया। गुरु शब्द नाल जुड़े अते जोड़िया, आप तरे जग तारिया। आप तरे जग तारिया। शब्द नाल जुड़े अते जोड़िया, जुड़े अते जोड़िया, आप तरे जग तारिया। गुरु शब्द नाल जुड़े अते जोड़िया, आप तरे जग तारिया।
ਤਾਰਿਆ। ਮੇਰੇ ਪਿਆਰੇ ਜੀ ਆਪ ਤਰੇ ਜਗ ਤਾਰਿਆ। ਤਰੇ ਜਗ ਤਾਰਿਆ। ਵਾ 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 ਆਪ ਤਰੇ ਜਗ ਤਾਰਿਆ। ਸ਼ਬਦ ਨਾਲ ਜੁੜੇ ਅਤੇ ਜੋੜਿਆ। ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ। ਆਪ ਤਰੇ ਜਗ ਤਾਰਿਆ। ਸ਼ਬਦ ਨਾਲ ਜੁੜੇ ਅਤੇ ਜੋੜਿਆ। ਆਪ ਤਰੇ ਜਗ ਤਾਰਿਆ। ਐਸੇ ਜਨ ਵਿਰਲੇ ਸੰਸਾਰੇ। ਐਸੇ ਜਨ ਵਿਰਲੇ ਸੰਸਾਰੇ। ਗੁਰ ਸ਼ਬਦ ਵਿਚਾਰ ਰਹੇ ਨਿਰਾਰੇ। ਆਪ ਤਰੈ ਸੰਗਤ ਕੁਲ ਤਾਰਹਿ। ਤਿਨ ਸਫਲ ਜਨਮ ਜਗ ਆਇਆ। ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ। ਤਹ ਕਬੀਰਾ ਮਟਕਿਆ। ਖੋਜਤ ਮੁਨ ਜਨ ਬਾਟ। ਸਤ ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਚਿਤ ਤੇ ਆਨੰਦ ਵਾਲਾ ਦੇਸ਼ ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਚਿਤ ਤੇ ਆਨੰਦ ਵਾਲਾ ਦੇਸ਼ ਹੈ। ਜਿੱਥੇ ਸਦਾ ਸਾਧੂ ਵਸਦੇ। ਤੇ
ਸਾਧ ਸੰਗਤ ਜੀਓ, ਆਓ ਸਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸਥਾਨ 'ਤੇ ਇਸ ਵਾਰ 2 ਦਿਨ ਦੇ ਸਾਲਾਨਾ ਸਮਾਗਮ ਰੱਖੇ ਹਨ। ਅੱਜ ਆਪਾਂ ਸਾਰੇ ਪਹਿਲੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਇਹਨਾਂ ਸਮਾਗਮਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ, ਪਿਆਰੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਸੰਸਾਰ ਵਿੱਚ ਚੱਕਰ ਲਾ ਕੇ ਲੱਖਾਂ ਜੀਵਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ, ਉਹਨਾਂ ਦੀ ਮਿੱਠੀ ਨਿੱਘੀ ਪਿਆਰੀ ਯਾਦ ਅਤੇ ਪਿਆਰੇ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ, ਉਹਨਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਦੀ ਦੱਸੀ ਜੁਗਤੀ ਅਨੁਸਾਰ ਸਿਮਰਨ, ਨਿਤਨੇਮ ਬਾਣੀਆਂ ਦੇ ਪਾਠ ਉਪਰੰਤ ਬੀਬੀ ਚਰਨਜੀਤ ਕੌਰ ਜੀ ਦੇ ਜਥੇ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ, ਫਿਰ ਕਥਾ ਸਰਵਣ ਕੀਤੀ ਹੈ। ਉਪਰੰਤ ਸਥਾਨ ਦੇ ਜਥਿਆਂ ਵੱਲੋਂ ਕਥਾ ਕੀਰਤਨ ਪੱਟੀ ਤੋਂ ਭਾਈ ਜਤਿੰਦਰ ਸਿੰਘ ਜੀ, ਉਹਨਾਂ ਦੀਆਂ ਬੱਚੀਆਂ ਨੇ ਆ ਕੇ ਕੀਰਤਨ ਦੀ ਸੇਵਾ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਪਾਵਨ ਸਥਾਨ ਤੋਂ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਸੰਨ 94 ਦੇ ਵਿੱਚ ਕਰੀਬ 26-27 ਸਾਲ ਪਹਿਲਾਂ ਸ਼੍ਰੀ ਮਾਨ ਸੰਤ ਬਾਬਾ ਠਾਕਰ ਸਿੰਘ ਜੀ ਦੇ ਨਾਲ ਜਥੇ ਵਿੱਚ ਸਨ ਤੇ ਧੋਬੜੀ ਸਾਹਿਬ ਗੁਹਾਟੀ ਇਕੱਠੇ ਰਹੇ। ਹੁਣ ਉਹਨਾਂ ਦੀ ਸੇਵਾ ਵਾਹਿਗੁਰੂ ਜੀ ਨੇ ਹਰਿਮੰਦਰ ਸਾਹਿਬ ਲਾਈ ਹੈ। ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਰੱਬੀ ਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਾਏ ਹਨ। ਬੜੇ ਪ੍ਰਸੰਨ ਹੋਏ ਕਿਉਂਕਿ ਟਕਸਾਲ ਦੇ ਵਿੱਚ ਰਹੇ ਹਨ, ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਤੇ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਸੇਵਾ ਮਿਲੀ ਹੈ। ਕਹਿੰਦੇ ਮੈਂ ਪਹਿਲੀ ਵਾਰ ਆਇਆ ਤੇ ਮੈਂ ਹਰ ਸਾਲ ਹੀ ਸੰਗਤਾਂ ਦੇ ਦਰਸ਼ਨ ਕਰਿਆ ਕਰਾਂਗਾ। ਭਾਈ ਸਾਹਿਬ ਭਾਈ ਕਾਰਜ ਸਿੰਘ ਜੀ ਤੋਂ ਬਾਅਦ ਪੰਥ ਪ੍ਰਸਿੱਧ ਜਥਾ ਢਾਡੀ ਭਾਈ ਸੁਖਿੰਦਰ ਸਿੰਘ ਜੀ ਅਨਮੋਲ, ਉਹਨਾਂ ਨੇ ਗੁਰ ਇਤਿਹਾਸ ਸਰਵਣ ਕਰਾਇਆ। ਉਹਨਾਂ ਤੋਂ ਉਪਰੰਤ ਬਾਬਾ ਗੁਰਦੇਵ ਸਿੰਘ ਜੀ ਬਨੂੜ ਵਾਲੇ, ਬਾਬਾ ਜਸਵਿੰਦਰ ਸਿੰਘ ਘੋਲਾ ਜੀ, ਉਹਨਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ, ਹਾਜ਼ਰੀਆਂ ਲਵਾਈਆਂ ਹਨ। ਸਭ ਦੇ ਅੰਦਰ ਮਹਾਂਪੁਰਸ਼ਾਂ ਦਾ ਪਿਆਰ ਹੈ। ਔਰ ਉਹਨਾਂ ਤੋਂ ਉਪਰੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਉਹਨਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਹਨ। ਉਪਰੰਤ ਬਾਬਾ ਗੁਰਪਾਲ ਸਿੰਘ ਜੀ, ਜਿਨ੍ਹਾਂ ਦੀ ਸੇਵਾ ਯੂਪੀ ਵਿੱਚ ਸਾਹਲਾਪੁਰ
ਸਥਾਨ ਜੋ ਗੁਰਦੁਆਰਾ ਈਸ਼ਰ ਪ੍ਰਕਾਸ਼ ਵਾਲਾਪੁਰ ਹੈ, ਉੱਥੇ ਚੱਲ ਰਹੀ ਹੈ। ਉਹਨਾਂ ਨੇ ਕਥਾ ਕੀਰਤਨ ਰਾਹੀਂ ਆਪ ਜੀਆਂ ਨੂੰ ਨਿਹਾਲ ਕੀਤਾ ਹੈ। ਹੁਣੇ ਦਾਸ ਤੋਂ ਪਹਿਲਾਂ ਆਪ ਜੀ ਸਤਿਕਾਰਯੋਗ ਬਾਬਾ ਹਰਪਾਲ ਸਿੰਘ ਜੀ, ਉਹਨਾਂ ਪਾਸੋਂ ਗੁਰਬਾਣੀ ਦੇ ਪਿਆਰੇ ਬਚਨ, ਗੁਰਮਤਿ ਵਿਚਾਰਾਂ ਔਰ ਮਹਾਂਪੁਰਸ਼ਾਂ ਦੇ ਜੀਵਨ ਉਪਦੇਸ਼ ਬੜੇ ਪਿਆਰ ਨਾਲ ਆਪ ਜੀਆਂ ਨੂੰ ਸਰਵਣ ਕਰਾਏ ਹਨ। ਜੋ ਮਹਾਂਪੁਰਸ਼ਾਂ ਦੇ ਪੰਜਪੁੱਤ ਸਰੀਰ ਤਿਆਗ ਕਰਨ ਦਾ ਸਮਾਂ ਹੈ, ਉਸ ਸਮੇਂ ਹਰ ਸਾਲ ਮਹਾਂਪੁਰਸ਼ਾਂ ਵੱਲੋਂ ਦਰਸਾਈ ਹੋਈ ਜੁਗਤ ਅਨੁਸਾਰ ਸਾਰੀਆਂ ਸੰਗਤਾਂ ਨਾਮ ਜਪਦੀਆਂ ਹਨ। ਉਹ ਮਹਾਂਪੁਰਸ਼ਾਂ ਦੇ ਪਿਆਰੇ ਮਿੱਠੇ ਬੋਲ, ਮਿੱਠ ਬੋਲਰਾ ਜੀ ਹਰ ਸਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਉਹਨਾਂ ਦੇ ਮਿੱਠੇ ਪਿਆਰੇ ਬੋਲ, ਉਹਨਾਂ ਦੀ ਦੱਸੀ ਹੋਈ ਜੁਗਤ ਰਾਹੀਂ ਸਾਰੀਆਂ ਸੰਗਤਾਂ ਨਾਮ ਨਾਲ ਜੁੜਦੀਆਂ ਹਨ। ਆਓ ਕੁਝ ਸਮਾਂ ਦਾਸ ਨੇ ਸੇਵਾ ਕਰਨੀ ਹੈ। ਰਹਿੰਦਾ ਸਮਾਂ ਵੀ, ਰਹਿੰਦੇ ਸਵਾਸ ਸਾਡੇ ਲੇਖੇ 'ਚ ਲੱਗ ਜਾਣ, ਉਹਦੇ ਵਾਸਤੇ ਅਰਦਾਸ ਕਰੀਏ। ਜੇ ਮੈਂ ਕਹਾਂ ਕਿ ਜੁੜੋ, ਬਲਕਿ ਮੈਂ ਤੇ ਬੇਨਤੀ ਕਰਾਂਗਾ, ਤੁਸੀਂ ਜੁੜੇ ਹੋਏ ਹੋ, ਮੇਰੇ ਤੇ ਵੀ ਸਤਿਗੁਰ ਰਹਿਮਤ ਕਰਨ ਤੇ ਮੈਂ ਵੀ ਜੁੜ ਜਾਵਾਂ। ਕਿਉਂਕਿ ਜਿਹੜਾ ਸਮਾਂ ਹੈ, ਸਾਧ ਸੰਗਤ, ਇਸ ਸਮੇਂ ਜੋ ਆਸਰਾ ਹੈ, ਟੇਕ ਹੈ, ਉਹ ਗੁਰੂ ਪਰਮੇਸ਼ਰ ਦੀ ਹੈ। ਔਰ ਸਾਧ ਸੰਗਤ ਇੱਕ ਕਿਲਾ ਹੈ। ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਤਾ ਜੀ ਨੇ, ਜਿਸ ਵੇਲੇ ਬਾਬਾ ਫਰੀਦ ਜੀ ਤਪੱਸਿਆ ਕਰਨ ਚੱਲੇ ਤਾਂ ਉਪਦੇਸ਼ ਦਿੱਤਾ ਸੀ ਕਿ ਬੇਟਾ ਫਰੀਦ, ਆ 4 ਬਚਨ ਪੱਲੇ ਬੰਨ੍ਹ ਲੈ। ਪਹਿਲਾ ਇਹ ਹੈ ਕਿ 36 ਪ੍ਰਕਾਰ ਦੇ ਭੋਜਨ ਖਾਣੇ ਹਨ। ਦੂਸਰਾ ਹੈ ਕਿ ਛੇਜ ਮਖਮਲਾਂ 'ਤੇ ਸੌਣਾ ਹੈ। ਦੇਖੋ, ਫਿਰ ਕਿਲੇ ਅੰਦਰ ਰਹਿਣਾ। ਹੁਣ ਹੈਰਾਨ ਹੋ ਗਏ ਬਾਬਾ ਫਰੀਦ ਜੀ। ਮਾਤਾ, ਉੱਥੇ 36 ਪ੍ਰਕਾਰ ਦੇ ਭੋਜਨ ਕਿੱਥੇ? ਉੱਥੇ ਛੇਜ ਮਖਮਲਾਂ ਕਿੱਥੇ? ਉੱਥੇ ਕਿਲੇ ਕਿੱਥੇ? ਫਰੀਦ, ਫਕੀਰਾਂ ਦੀ ਰਮਜ ਹੁੰਦੀ ਹੈ, ਤੂੰ ਸਮਝਿਆ ਨਹੀਂ। 36 ਪ੍ਰਕਾਰ ਦੇ ਭੋਜਨ ਦਾ ਮਤਲਬ ਹੈ ਉਸ ਵੇਲੇ ਖਾਣਾ ਜਦੋਂ ਸਮਝੇ ਵੀ ਸਰੀਰ ਨੂੰ ਲੋੜ ਹੈ। ਔਰ ਉਸ ਵੇਲੇ ਸਾਦਾ ਪ੍ਰਸ਼ਾਦਾ, ਦੇਰ ਦਾ ਬਣਿਆ ਹੋਇਆ ਪ੍ਰਸ਼ਾਦਾ ਵੀ ਤੈਨੂੰ 36 ਪ੍ਰਕਾਰ ਦੇ ਭੋਜਨਾਂ ਨਾਲੋਂ ਜ਼ਿਆਦਾ ਸਵਾਦ ਆਏਗਾ। ਛੇਜ ਮਖਮਲਾਂ 'ਤੇ ਸੌਣਾ, ਉਸ ਵੇਲੇ ਆਰਾਮ ਕਰੀ ਜਦੋਂ ਤੇਰਾ ਸਰੀਰ ਚਾਹੇ ਕਿ ਹੁਣ ਮੈਂ ਆਰਾਮ ਕਰਨਾ। ਥੱਕਿਆ ਹੋਇਆ ਸਰੀਰ, ਉਸ ਵੇਲੇ ਜਿਹੜਾ ਤੂੰ ਆਰਾਮ ਕਰੇਂਗਾ, ਜਿਹੜਾ ਛੇਜ ਮਖਮਲਾਂ 'ਤੇ ਕਿਸੇ ਨੂੰ ਆਰਾਮ ਨਹੀਂ ਮਿਲਦਾ, ਤੈਨੂੰ ਮਿਲੇਗਾ। ਕਿਲੇ ਦੇ ਅੰਦਰ ਰਹਿਣਾ। ਉਹ ਕਿਲਾ ਕਿਹੜਾ ਹੈ? ਉਹ ਕਿਲਾ ਹੈ ਸਾਧ ਸੰਗਤ, ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਆਉਂਦਾ ਭਗਤ ਕਬੀਰ ਜੀ ਦਾ, ਸਾਧ ਸੰਗਤਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇਹ ਜਿਹੜਾ ਮਨ ਹੈ, ਜਿਸ ਨੇ ਸਾਰੇ ਸੰਸਾਰ ਦੇ ਵੱਡੇ ਵੱਡਿਆਂ ਦੀਆਂ ਬਾਜ਼ੀਆਂ ਲਵਾਈਆਂ, ਇਹ ਵਸ ਕਿਵੇਂ ਆਉਂਦਾ? ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ।
ਤੇ ਗੁਰੂ ਦੀ ਕਿਰਪਾ ਤੋਂ ਬਗੈਰ ਵਸ ਨਹੀਂ ਆਉਂਦਾ। ਤੇ ਇਹਦੇ ਨਾਲੇ ਵੀ ਬਚਨ ਆਇਆ ਕਿ ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਜਿੰਨੇ ਆਪਾਂ ਬੈਠੇ ਹਾਂ ਦੇਸ਼ ਦੇਸ਼ਾਂ ਵਿੱਚ ਸਰਵਣ ਕਰ ਰਹੇ ਹਾਂ, ਮਹਾਂਪੁਰਸ਼ਾਂ ਨੇ ਕਿੰਨਿਆਂ ਨੂੰ ਜੀਵਨ ਦਿੱਤਾ। ਧਿਆਨ ਦੇਣਾ ਸਾਧ ਸੰਗਤ ਜੀ। ਅਸੀਂ ਕਈ ਵਾਰ ਬੇਕਦਰੇ ਹੋ ਜਾਂਦੇ ਹਾਂ। ਕਿਉਂ? ਸਹਿਜ ਨਾਲ ਸਾਨੂੰ ਇਹ ਪ੍ਰਾਪਤੀਆਂ ਹੋਈਆਂ। ਉਹਨਾਂ ਮਹਾਂਪੁਰਸ਼ਾਂ ਦੀ ਜੇ ਸੰਗਤ ਨਾ ਪ੍ਰਾਪਤ ਹੁੰਦੀ, ਜੇ ਕਿਤੇ ਕੁਸੰਗ ਵਿੱਚ ਪੈ ਜਾਂਦੇ ਤੇ ਸਾਡਾ ਜੀਵਨ ਕਿੱਥੇ ਹੋਣਾ ਸੀ। ਥੋੜ੍ਹਾ ਧਿਆਨ ਦਈਏ। ਜਿਨ੍ਹਾਂ ਨੇ ਸੰਸਾਰ ਦੇ ਕੋਨੇ ਕੋਨੇ ਵਿੱਚ ਜਾ ਕੇ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਪਿਆਰਿਓ, ਪ੍ਰੇਰਨਾ ਦਿੱਤੀ ਹੈ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਅਮੋਲਕ ਦਾਤ ਅੰਮ੍ਰਿਤ ਦੀ ਬਖਸ਼ੀ। ਪੰਜ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਦੀ ਦਾਤ ਮਿਲਦੀ ਹੈ। ਵਾਹਿਗੁਰੂ ਗੁਰੂ ਮੰਤਰ ਦੀ ਬਖਸ਼ਿਸ਼ ਹੁੰਦੀ ਹੈ। ਤੇ ਸਾਡੇ ਅੰਦਰ ਕਿੰਨੀ ਕੁ ਕਦਰ ਹੈ। ਆ ਥੋੜਾ ਸਮਾਂ ਪਹਿਲਾਂ ਇੱਕ ਖਬਰ ਆਈ ਸੀ ਇਟਲੀ ਦੀ। ਇੱਕ ਬਜ਼ੁਰਗ ਨੂੰ ਕਰੋਨਾ ਹੋਇਆ, ਹਸਪੀਟਲ ਰਿਹਾ। ਤੇ ਜਦੋਂ ਉਹ ਠੀਕ ਹੋਇਆ ਤੇ ਹਸਪੀਟਲ ਵੱਲੋਂ ਉਹਨੂੰ ਬਿੱਲ ਦੱਸਿਆ ਗਿਆ। ਬਿੱਲ ਬੜਾ ਤਗੜਾ ਤੇ ਉਹ ਬਜ਼ੁਰਗ ਰੋਣ ਲੱਗ ਪਿਆ। ਡਾਕਟਰ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਤੇਰੇ ਕੋਲ ਯੂਰੋ ਨਹੀਂ, ਭਾਵ ਜਿਵੇਂ ਡਾਲਰ ਜਾਂ ਰੁਪਏ ਪੈਸੇ ਨਹੀਂ, ਅਸੀਂ ਕਰ ਦਿਆਂਗੇ, ਰੋਣਾ ਕਿਉਂ ਹੈ? ਉਸ ਬਜ਼ੁਰਗ ਨੇ ਕਿਹਾ ਮੈਂ ਇਸ ਕਰਕੇ ਨਹੀਂ ਰੋਇਆ ਕਿ ਇਹ ਬਿੱਲ ਜ਼ਿਆਦਾ ਹੈ, ਮੈਂ ਪੈਸੇ ਦੇ ਸਕਣਾ, ਮੈਂ ਪੈਸੇ ਦੇ ਸਕਣਾ। ਮੇਰਾ ਥੋੜ੍ਹੇ ਦਿਨ ਤੁਸੀਂ ਇਲਾਜ ਕੀਤਾ ਤੇ ਇੰਨੇ ਪੈਸੇ ਨੇ, ਜਿਸ ਵਾਹਿਗੁਰੂ ਨੇ ਕਰੋੜਾਂ ਸਵਾਸ ਦਿੱਤੇ ਨੇ, ਤੇ ਅਸੀਂ ਉਹਨੂੰ ਯਾਦ ਨਹੀਂ ਕਰਦੇ। ਕਦੀ ਉਹਨੇ ਕੀਮਤ ਨਹੀਂ ਮੰਗੀ। ਮੈਂ ਤਾਂ ਰੋਇਆ, ਹੇ ਗੋਡ, ਹੇ ਵਾਹਿਗੁਰੂ, ਤੂੰ ਕਰੋੜਾਂ ਸਵਾਸ ਦਿੱਤੇ ਨੇ ਤੇ ਕੋਈ ਕੀਮਤ ਨਹੀਂ ਸਾਥੋਂ ਲਈ। ਤੇ ਉਹਦੀ ਇਹ ਗੱਲ ਸੁਣ ਕੇ ਤੇ ਜਿਹੜੇ ਡਾਕਟਰ ਸਨ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਡਿੱਗ ਪਏ। ਸੰਨ 16 'ਚ ਅਖਬਾਰ 'ਚ ਆਇਆ ਸੀ ਮਨੀਲਾ। ਉੱਥੇ 10 ਸਾਲ ਪਹਿਲਾਂ ਸੰਨ 6 ਦੇ ਵਿੱਚ ਇੱਕ ਜਿਹੜਾ ਮਛੇਰਾ ਸੀ, ਮੱਛੀਆਂ ਫੜਨ ਵਾਲਾ, ਉਹਦੀ ਬੇੜੀ ਤੇ ਨਾਲ ਜਾਲ ਦੇ ਵਿੱਚ ਕੋਈ ਚੀਜ਼ ਅੜੀ ਹੈ। ਉਹਨੇ ਉਹ ਕੱਢ ਕੇ ਆਪਣੇ ਘਰ ਮੰਜੇ ਥੱਲੇ ਰੱਖ ਲਈ। ਲੱਕੜੀ ਦਾ ਘਰ ਸੀ। 10 ਸਾਲ ਬਾਅਦ ਉਹਦੇ ਘਰ ਨੂੰ ਅੱਗ ਲੱਗ ਗਈ। ਜਿਸ ਵੇਲੇ ਅੱਗ ਲੱਗ ਗਈ ਤੇ ਉਹ ਜਿਹੜੀ ਚੀਜ਼ ਪਈ ਹੋਈ ਸੀ ਮੰਜੇ ਥੱਲੇ, ਉਹ ਸਮਾਨ ਕੱਢਿਆ, ਉਹਨੂੰ ਬਾਹਰ ਕੱਢਿਆ ਤੇ ਉਹ ਕੀ ਹੈ? ਮੋਤੀ। 34 ਕਿਲੋ ਉਹਦਾ ਵਜ਼ਨ। ਤੇ ਉਹ ਜਿਹੜਾ ਮੋਤੀ ਸੀ ਨਾ, ਉਹਦੀ ਕੀਮਤ ਕਿੰਨੀ ਸੀ? ਉਸ ਮੋਤੀ ਦੀ ਜਿਹੜੀ ਕੀਮਤ ਹੈ, ਸੁਣਨ ਵਾਲੇ ਵੀ ਹੈਰਾਨ ਹੋ ਗਏ। ਸਾਧ ਸੰਗਤ ਜੀ, ਸੁਣਨ ਵਾਲੇ ਵੀ, ਕਿ 34 ਕਿਲੋ ਦਾ ਵਜ਼ਨ ਮੋਤੀ ਦਾ ਤੇ 670 ਕਰੋੜ 100 ਮਿਲੀਅਨ ਡਾਲਰ, 670 ਕਰੋੜ ਕੀਮਤ ਉਹਦੀ। ਤੇ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਕੋਲ ਆਹ ਚੀਜ਼ ਪਈ ਹੋਈ ਹੈ। ਤੇ ਆਪ ਮੱਛੀਆਂ ਫੜ ਕੇ ਗੁਜ਼ਾਰਾ ਕਰਦਾ। ਇਹ ਹਾਲ ਸਾਡਾ ਵੀ ਹੈ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਜਿਹਦੇ ਉੱਤੇ ਸਤਿਗੁਰੂ ਦਸਮ ਪਾਤਸ਼ਾਹ ਮਹਾਰਾਜ ਦਿਆਲ ਹੁੰਦੇ ਨੇ ਨਾ,
ਉਸ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ਦੇ ਨੇ। ਅਮੀਰ ਉਸ ਨੂੰ ਨਾ ਕਹੋ ਜਿਹਦੇ ਕੋਲ ਧਨ ਪਦਾਰਥ ਜ਼ਿਆਦਾ ਨੇ, ਅਮੀਰ ਉਹ ਹੈ ਜਿਹਦੇ ਕੋਲ ਸਤਿਗੁਰੂ ਨੇ ਸਿੱਖੀ ਬਖਸ਼ੀ ਤੇ ਨਾਮ ਦੀਆਂ ਦਾਤਾਂ ਬਖਸ਼ ਦਿੱਤੀਆਂ। ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ, ਜਿਸ ਨੂੰ ਬਖਸ਼ੇ ਸਿਵ ਸਲਾਹਾ ਨਾਨ ਪਾਤਸ਼ਾਹੀ ਪਾਤਸ਼ਾਹ। ਰਾਜਾ ਸਗਲੀ ਸਿਸ਼ ਕਾ ਹਰ ਨਾਮ ਮਨ ਪਿੰਨਾ। ਉਹ ਵੱਡੇ ਹਨ ਪਿਆਰਿਓ। ਮੈਂ ਬੇਨਤੀ ਕਰ ਰਿਹਾ ਸੀ ਕਿ ਮਹਾਂਪੁਰਸ਼ਾਂ ਨੇ ਕਿੰਨਿਆਂ ਨੂੰ ਜੀਵਨ ਦਿੱਤਾ ਹੈ, ਪਰ ਕਦੀ ਇਹ ਨਹੀਂ ਸੀ ਕਹਿੰਦੇ ਕਿ ਅਸੀਂ ਕੁਝ ਕੀਤਾ। ਧਿਆਨ ਦੇਣਾ, ਓਟ ਆਸਰਾ ਸਤਿਗੁਰੂ ਦਾ, ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਜੀ ਦਾ ਬਚਨ ਹੈ। ਧਿਆਨ ਦੇਣਾ, ਕਿਉਂਕਿ ਉਹਨਾਂ ਦੀ ਯਾਦ ਮਨਾ ਰਹੇ ਹਾਂ ਨਾ। ਸੰਤ ਬਾਬਾ ਕਲਿਆਣ ਸਿੰਘ ਜੀ ਪੰਜਾਬ ਦੇ ਵਿੱਚ ਹੀ ਇੱਕ ਸਟੇਜ 'ਤੇ ਗਏ ਤੇ ਉੱਥੇ ਇੱਕ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾ ਰਹੀ ਸੀ ਤੇ ਉਹ ਹੋਰ ਪਾਸੇ ਜਦ ਬੋਲਣ ਵਾਲੇ ਚੱਲ ਪਏ ਤੇ ਉਹ ਖੁੱਲ੍ਹਾ ਹੀ ਬੋਲਦੇ ਸੀ। ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਤੇ ਕਈ ਮਾਈਆਂ ਆਪਣਿਆਂ ਦੇ ਹੀ ਨਾਂ ਲੈ ਲੈ ਕੇ ਰੋਈ ਜਾਂਦੀਆਂ। ਗੱਲ ਬੜੀ ਖੁੱਲ੍ਹੀ ਕਰ ਜਾਂਦੇ ਸੀ। ਕਹਿੰਦੇ ਜਿੱਥੇ ਆਏ ਹੋ ਉਹਨਾਂ ਦੇ ਬਾਰੇ ਗੱਲ ਕਰੋ। ਬੇਨਤੀ ਕਰਨ ਤੋਂ ਭਾਵ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦੇ ਸੁਣਾ ਰਹੇ ਹਾਂ, ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹਾਂ। ਔਰ ਮਹਾਂਪੁਰਸ਼ਾਂ ਵੱਲੋਂ ਜੋ ਚੱਲਦਾ ਆਇਆ, ਜਿੰਨੇ ਵੀ ਇੱਥੇ ਬੁਲਾਰੇ ਆਉਣਗੇ ਉਹ ਸਾਰੇ ਗੁਰਮਤਿ ਦੇ ਅਨੁਸਾਰ ਬੋਲਦੇ। ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਧ ਸੰਗਤ, ਇੱਧਰ ਉੱਧਰ ਦੀ ਗੱਲ ਨਹੀਂ, ਤਾਂ ਸਮਾਂ ਨਿਸ਼ਚਿਤ ਹੁੰਦਾ ਹੈ। ਮਹਾਂਪੁਰਸ਼ਾਂ ਦਾ ਬਚਨ ਹੈ, ਧਿਆਨ ਦੇਣਾ। ਜੇ ਕੋਈ ਸਾਰੇ ਸੰਸਾਰ ਨੂੰ ਅੰਮ੍ਰਿਤ ਛਕਾ ਦੇਵੇ, ਤੁਸਾਂ ਵੀ ਸੁਣਿਆ ਹੋਵੇਗਾ, ਮੈਂ ਤਾਂ ਸੁਣਿਆ ਹੀ ਸੁਣਿਆ ਤੇ ਤੁਸਾਂ ਵੀ ਇਹ ਬਚਨ ਸੁਣਿਆ ਹੋਵੇਗਾ। ਜੇ ਕੋਈ ਸਾਰੇ ਸੰਸਾਰ ਨੂੰ ਅੰਮ੍ਰਿਤ ਛਕਾ ਦੇਵੇ, ਤੇ ਅਗਲਾ ਬਚਨ ਕੀ ਹੈ? ਕਹਿੰਦੇ ਉਹਦੇ ਦਰ ਤੇ ਇਹ ਨਹੀਂ ਕਹਿ ਸਕਦਾ ਮੈਂ ਆ ਕੀਤਾ ਹੈ, ਉੱਥੇ ਤੇ ਜਰਾ ਕਿ ਜਿੰਨਾ ਹੀ ਹੈ ਭਾਈ। ਦੁਨੀਆ ਤੇ ਕਹੇਗੀ ਬੱਲੇ ਹੈ। ਇਹ ਮਹਾਂਪੁਰਸ਼ ਦਾ ਬਚਨ ਹੈ। ਭਾਵ ਕੀ ਹੈ ਕਿ ਤੁਸੀਂ ਕਿੰਨਾ ਵੀ ਪਰਉਪਕਾਰ ਕਰੋ, ਤੁਸੀਂ ਕਿੰਨਾ ਨਾਮ ਜਪੋ, ਤੁਸੀਂ ਬਾਣੀ ਪੜ੍ਹੋ, ਤੁਸੀਂ ਦੂਸਰਿਆਂ ਨੂੰ ਗੁਰੂ ਸ਼ਬਦ ਨਾਲ ਜੋੜੋ, ਪਰ ਸਭ ਕੁਝ ਕਰਦੇ ਹੋਏ ਅਰਦਾਸ ਵਿੱਚ ਜੁੜੋ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਮਹਾਂਪੁਰਸ਼ਾਂ ਦਾ ਹੈ ਪਿਆਰੇ। ਉਹਨਾਂ ਦੀਆਂ ਆਪਾਂ ਯਾਦ ਮਨਾ ਰਹੇ ਹਾਂ। ਉਹਨਾਂ ਨੇ ਆਪਣੇ ਨਾਲ ਨਹੀਂ ਜੋੜਿਆ। ਧਿਆਨ ਦੇਣਾ, ਦੇਖੋ ਹਰ ਦੀਵਾਨ ਵਿੱਚ ਹਰ ਸਮੇਂ ਸਮਰੱਥ ਗੁਰੂ ਦੀ ਵਡਿਆਈ ਤੇ ਭਾਈ ਪੰਜਾਂ ਪਿਆਰਿਆਂ ਤੋਂ ਖੰਡੇ ਬੜ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਸ਼ਿਆਂ ਦਾ ਤਿਆਗ ਕਰੋ। ਸਭ ਦੇ ਨਾਲ ਉਹਨਾਂ ਨੇ ਪਿਆਰ ਕੀਤਾ। ਉਹਨਾਂ ਬਾਰੇ ਹੀ ਐਸੇ ਜਿਹੜੇ ਸਤਿਪੁਰਸ਼ ਹਨ, ਉਹਨਾਂ ਬਾਰੇ ਸਤਿਗੁਰੂ ਦਾ ਬਚਨ ਹੈ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਆਪ ਤਰੈ ਸੰਗਤ ਕੁਲ ਤਾਰੇ, ਤਿਨ ਸਫਲ ਜਨਮ ਜਗ ਆਇਆ। ਦੁਨੀਆ 'ਚ ਬੜੇ ਬੜੇ ਆਏ, ਪੂਰਾਂ ਦੇ ਪੂਰ ਆਏ, ਪੂਰਾਂ ਦੇ ਪੂਰ ਚਲੇ ਗਏ। वक्ते गुजरान मेल गुजर जाता है, निशान आता है आके मर जाता है जिंदा जवेद और नेक अंजाम जो आके कोई काम भी कर जाता है। तो वो काम किहड़ा है? काम तो दुनिया के बड़े ने पर उन्होंने कामों की गिनती नहीं। वो काम है कभी सेवा को दोए भले, एक संत एक राम, राम जो दाता मुक्त को संत जपावै नाम। जिहड़े परमेश्वर के प्यारे ने ना,
ਉਹ ਵਿਛੜੀਆਂ ਰੂਹਾਂ ਨੂੰ ਨਾਮ ਨਾਲ ਹੀ ਜੋੜਦੇ ਨੇ। ਸੰਤ ਜਪਾਵੈ ਨਾਮ, ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ। ਅਸੀਂ ਆਮ ਮਹਾਂਪੁਰਸ਼ਾਂ ਦੇ ਜੀਵਨ ਦੇ ਸਾਲ ਗਿਣਨੇ ਆ। ਅਸੀਂ ਆਮ ਮਹਾਂਪੁਰਸ਼ਾਂ ਦੇ ਬਾਰੇ ਇੱਥੇ ਗਏ, ਪਰ ਕਾਹਦੇ ਵਾਸਤੇ ਗਏ? ਜੇ ਕਿਸੇ ਦਾ ਰੋਗ ਦੂਰ ਹੋ ਗਿਆ, ਕੰਮ ਚੱਲ ਗਿਆ, ਮਹਾਂਪੁਰਸ਼ ਕਹਿੰਦੇ ਸਹਿ ਸੁਭਾਅ, ਇਹ ਵੱਡੀਆਂ ਗੱਲਾਂ ਨਹੀਂ। ਦੇਖੋ, ਅਸਲੀ ਕੰਮ ਮਹਾਂਪੁਰਸ਼ਾਂ ਦਾ ਹੈ ਸੰਤ ਜਪਾਵੈ ਨਾਮ। ਸਤਿਗੁਰ ਦੀ ਬਾਣੀ ਦਾ ਉਹਨਾਂ ਬਾਰੇ ਆ ਫਰਮਾਨ ਹੈ, ਭਟਕੇ ਸੰਸਾਰ ਨੂੰ ਨਾਮ ਨਾਲ ਜੋੜੇ ਸਾਧੂ। 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 ਭਟਕੇ ਸੰਸਾਰ ਨੂੰ 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 ਨਾਮ ਨਾਲ ਜੋੜੇ ਸਾਧੂ। ਉਹ ਵਿਛੜੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਨਾਮ ਨਾਲ ਜੋੜਦੇ। ਗੁਰੂ ਘਰ ਦੇ ਜਿੰਨੇ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਹੋਏ ਨੇ ਨਾ, ਉਹਨਾਂ ਦਾ ਜੀਵਨ ਪੜ੍ਹੀਏ ਤੇ ਸੁਣੀਏ। ਆਪ ਜੁੜੇ ਤੇ ਦੂਸਰਿਆਂ ਨੂੰ ਜੋੜਿਆ ਪਿਆਰਿਓ। ਆਪ ਜੁੜੇ, ਪਹਿਲਾਂ ਕਮਾਈਆਂ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿੰਨੇ ਕੁ ਗੁਰਮੁਖ ਪਿਆਰੇ ਸੰਤ ਮਹਾਂਪੁਰਸ਼ ਹੋਏ ਨੇ, ਹੋ ਸਕਦਾ ਅਸੀਂ ਗਿਣਤੀ ਨਾ ਕਰ ਸਕੀਏ। ਐਸੇ ਮਹਾਂਪੁਰਸ਼ਾਂ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਮਿਲਾਪ ਹੋਇਆ ਸੀ। 12 ਸਾਲ ਦੀ ਉਮਰ ਸੀ। ਕੱਥੋਂ ਨਗਰ ਆਪ ਜੀ ਦਾ 125 ਸਾਲ ਸਰੀਰ ਦੀ ਉਮਰ ਹੋਈ ਹੈ। 113 ਸਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ, ਸੇਵਕ ਬਣ ਕੇ। ਧਿਆਨ ਦੇਣਾ, ਅਸੀਂ ਜਦੋਂ ਇਤਿਹਾਸ ਪੜ੍ਹਨੇ ਆ, ਸੁਣਨੇ ਆ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਸਵੱਟੀਆਂ ਲਾਈਆਂ ਤੇ ਕਈ ਛੱਡ ਕੇ ਚਲੇ ਗਏ। ਪਹਿਲਾਂ ਅੱਠੀ ਪੈਰੀ ਪ੍ਰਸ਼ਾਦਾ, ਫਿਰ ਇੱਕ ਦਿਨ ਛੱਡ ਕੇ, ਫਿਰ ਚੌਥੇ ਦਿਨ, ਤੇ ਬਹੁਤ ਸਾਰੇ ਚਲੇ ਗਏ। ਫਿਰ ਹੱਥ 'ਚ ਕੁਤਕਾ ਫੜ ਲਿਆ,
ਤੁਰ ਪਏ। ਤੇ ਉਸ ਵੇਲੇ ਜਿਹੜੇ ਮਗਰ ਗੁਰਸਿੱਖ ਚੱਲੇ ਹੈ, ਸਾਹਿਬ ਨੇ ਧਨ ਦੇ ਦਿੱਤਾ, ਸੋਨਾ ਦੇ ਦਿੱਤਾ, ਹੀਰੇ ਮੋਤੀ ਦੇ ਦਿੱਤੇ, ਲੈ ਲੈ ਕੇ ਮੁੜ ਜਾਂਦੇ ਹੈ। ਰਿੱਧੀਆਂ ਸਿੱਧੀਆਂ ਦੇ ਦਿੱਤੀਆਂ ਤੇ ਕਈਆਂ ਸੋਚਿਆ ਰਿੱਧੀਆਂ ਸਿੱਧੀਆਂ ਮਿਲ ਗਈਆਂ, ਹੁਣ ਕੀ ਰਹਿ ਗਿਆ। ਪਰ ਰੂਹਾਨੀ ਮਾਰਗ ਵਿੱਚ ਇੱਕ ਵੱਡਾ ਰੋੜਾ ਹੈ। ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਮਾ ਦੇਖ ਭੂਲਾ ਵਿਸਰੈ ਤੇਰੇ ਚਿਤ ਨਾ ਆਵੈ ਨਾ। ਇਹ ਰਿੱਧੀਆਂ ਸਿੱਧੀਆਂ ਪ੍ਰਾਪਤੀ ਨਹੀਂ। ਜਦੋਂ ਮਨ ਇਕਾਗਰ ਹੋ ਜਾਂਦਾ ਤੇ ਇਹ ਸਹਿਜ ਨਾਲ ਹੀ ਆ ਜਾਂਦੀਆਂ ਨੇ। ਇਹ ਮਾਇਆ ਮੰਡਲ ਹੈ, ਵਾਹਿਗੁਰੂ ਦੇ ਪਿਆਰੇ ਵਿਰਾਗ ਵਿੱਚ ਨੇ, ਉਹ ਝਾਕਦੇ ਵੀ ਨੇ ਇਹਨਾਂ ਵੱਲ। ਰਿੱਧ ਸਿੱਧ ਅਵਰਾ ਸਾਧ। ਕਈ ਰਿੱਧੀਆਂ ਸਿੱਧੀਆਂ ਲੈ ਕੇ ਵਾਪਸ ਮੁੜ ਗਏ, ਡੰਡੇ ਮਾਰਨੇ ਸ਼ੁਰੂ ਕੀਤੇ, ਹੱਥ ਜੋੜ ਕੇ ਖੜੇ ਨੇ ਬਾਬਾ ਲਹਿਣਾ ਜੀ ਤੇ ਬਾਬਾ ਬੁੱਢਾ ਜੀ। ਕੀ ਕਹਿੰਦੇ ਹੈ? ਸੱਚੇ ਪਾਤਸ਼ਾਹ ਇੱਧਰ ਤੱਕ ਕਿਰਪਾ ਹੋ ਗਈ ਹੈ, ਭਾਵ ਜਿੱਧਰ ਡੰਡੇ ਵਜੇ ਇੱਧਰ ਵੀ ਕਿਰਪਾ ਕਰਦਾ। ਦੇਖੋ ਸਾਹਿਬ ਕਹਿੰਦੇ ਭਾਈ ਤੁਸੀਂ ਗਏ ਕਿਉਂ ਨਹੀਂ, ਬਾਕੀ ਚਲੇ ਗਏ। ਮਹਾਰਾਜ ਜਿਨ੍ਹਾਂ ਦਾ ਕੋਈ ਥਾਂ ਸੀ ਚਲੇ ਗਏ, ਸਾਡਾ ਕੋਈ ਥਾਂ ਨਹੀਂ। ਤੇ ਅਸੀਂ ਫਿਰ ਅੱਗੇ ਪੜ੍ਹਦੇ ਸੁਣਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਨੇ ਕਿ ਅੱਛਾ ਆਪ ਮੁਰਦਾ ਖਾਓ। ਉੱਥੇ ਆਮ ਇਹ ਜਿਹੜੀ ਵਿਚਾਰ ਹੁੰਦੀ ਹੈ, ਅਸੀਂ ਪੜ੍ਹਦੇ ਜਾਂ ਸੁਣਦੇ ਹਾਂ ਕਿ ਬਾਬਾ ਲਹਿਣਾ ਜੀ ਛਾਲ ਮਾਰ ਕੇ ਅੱਗੇ ਚਲੇ ਗਏ, ਬਾਬਾ ਬੁੱਢਾ ਸਾਹਿਬ ਪਿੱਛੇ ਰਹਿ ਗਏ। ਧਿਆਨ ਨਾਲ ਬੇਨਤੀ ਸਰਵਣ ਕਰਿਆ। ਬਾਬਾ ਬੁੱਢਾ ਸਾਹਿਬ ਜੀ ਕਿਉਂ ਪਿੱਛੇ ਰਹੇ? ਉਸ ਵੇਲੇ ਉਮਰ ਜਵਾਨ ਹੀ ਸੀ ਉਹਨਾਂ ਦੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ 6ਵੇਂ ਸਤਿਗੁਰ ਸੱਚੇ ਪਾਤਸ਼ਾਹ ਦੇ ਸਮੇਂ ਸੀ ਛੱਡਿਆ ਉਹਨਾਂ ਨੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਮੋਢਾ ਲਾਇਆ। ਐਸੇ ਬਾਬਾ ਬੁੱਢਾ ਸਾਹਿਬ ਜੀ ਅੰਤ ਸਮਾਂ ਗੁਰੂ ਦੀ ਗੋਦ ਵਿੱਚ। ਬਾਬਾ ਬੁੱਢਾ ਸਾਹਿਬ ਜੀ ਜਵਾਨ ਸਨ ਉਸ ਵੇਲੇ, ਕਿਉਂ ਪਿੱਛੇ ਰਹਿ ਗਏ? ਜਿੰਨੀ ਕੁ ਦਾਸ ਨੂੰ ਸੋਝੀ ਆਈ ਹੈ, ਸਤਿਗੁਰ ਦੀ ਸੇਵਾ ਕਰਕੇ ਸਿਮਰਨ ਕਰਦਿਆਂ ਉਸ ਅਵਸਥਾ ਦੇ ਮਾਲਕ ਸਨ ਕਿ ਗੁਰੂ ਨਾਨਕ ਸਾਹਿਬ ਦੀ ਗੁਰੂ ਜੋਤ ਇਹਨਾਂ ਦੇ ਅੰਦਰ ਪ੍ਰਗਟ ਹੋਣੀ ਹੈ। ਮੈਂ ਅੱਗੇ ਨਹੀਂ ਹੋਣਾ। ਧਿਆਨ ਦੇਣਾ ਜਰਾ, ਕਿਉਂਕਿ ਨਾਮ ਜਪਦਿਆਂ ਉਹ ਸੋਝੀ ਆ ਜਾਂਦੀ ਹੈ। ਲੰਘ ਚੁੱਕਿਆ ਸਮਾਂ, ਕੀ ਹੋਇਆ, ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਹੈ। ਮਾਤਾ ਜੀ ਤੁਲਸਾ ਦਾਸੀ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਜਗਾ ਦੇ। ਆਮ ਸ਼ਬਦ ਵਿੱਚ ਇਹੀ ਨੇ ਵੀ ਆਰਾਮ ਕਰ ਰਹੇ ਨੇ। ਹੁਣ ਸਤਿਗੁਰੂ ਤੇ ਸਦਾ ਹੀ ਜਾਗਦੇ ਆ, ਸਤਿਗੁਰੂ ਜਾਗਤਾ ਹੈ ਦੇਵ। ਤੇ ਇਹ ਜਿਹੜੀ ਤੁਲਸਾ ਦਾਸੀ ਸੀ ਨਾ, ਇਹਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਇਹਦਾ ਮਸਤਕ ਗੁਰੂ ਨਾਨਕ ਸਾਹਿਬ ਦੇ ਚਰਨ ਨੂੰ ਲੱਗਾ। ਤੇ ਕੀ ਦੇਖ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਨਸੁਖ ਦਾ ਬੇੜਾ ਪਾਰ ਕਰ ਰਹੇ ਨੇ। ਤੁਲਸਾ ਦਾਸੀ ਕਹਿੰਦੀ ਮਾਤਾ ਜੀ ਗੁਰੂ ਸਾਹਿਬ ਤਾਂ ਸੁੱਤੇ ਨਹੀਂ, ਉਹ ਤਾਂ ਮਨਸੁਖ ਦਾ ਬੇੜਾ ਪਾਰ ਕਰ ਰਹੇ ਨੇ। ਤੇ ਜਦੋਂ ਸਾਹਿਬ ਸਰੀਰ ਕਰਕੇ ਉੱਠੇ ਤੇ ਮਾਤਾ ਜੀ ਕਹਿੰਦੇ ਅੱਗੇ ਤੇ ਦੂਜੇ ਲੋਕ ਗੱਲਾਂ ਕਰਦੇ ਸੀ, ਹੁਣ ਘਰ ਦੇ ਜਿਹੜੇ ਚਾਕਰ ਉਹ ਵੀ ਗੱਲਾਂ ਕਰਨ ਲੱਗ ਪਏ ਹੈ। ਦੇਖੋ ਉਹ ਤੁਲਸਾ ਦਾਸੀ ਨੂੰ ਸੋਝੀ ਆ ਗਈ। ਪਿੰਗਲ ਪਰਬਤ ਪਾਰ ਪਰੇ ਖਲ ਚਦਰ ਬਕੀਤਾ, ਅੰਦਲੇ ਤਰੇ ਪਵਨ ਸੁਜਾ ਗੁਰ ਭੇਟ ਪਨੀਤਾ। ਸਤਿਗੁਰ ਦੀ ਰਹਿਮਤ ਹੈ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਹੋਏ ਨੇ ਤੇ ਪਿਆਰੇ ਉਸ ਅਵਸਥਾ ਦੇ ਮਾਲਕ ਸਨ ਕਿ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਂ ਅੱਗੋਂ ਗੁਰੂ ਅੰਗਦ ਸਾਹਿਬ ਰਖਾਉਣਾ ਹੈ। ਉਹ ਗੁਰੂ ਜੋਤ ਇੱਥੇ ਟਿਕਣੀ ਹੈ ਤੇ ਮੈਂ ਅੱਗੇ ਨਹੀਂ ਹੋਣਾ, ਪਿੱਛੇ ਰਹਿਣਾ ਹੈ। ਉਹ ਸਨ ਬਾਬਾ ਬੁੱਢਾ ਸਾਹਿਬ ਜੀ। ਤੇ ਬਚਨ ਹੋਇਆ ਸੀ ਨਾ
कि गुरियाई तुहाडे हत्थी लग्या करेगी। उस बाबा बुढ़ा साहब जी दे कोल जदों कोई आउंदा सी, जिहड़ी मैं बेनती करन लगा कि गुरु नानक साहब दे घर दे जिन्ने महापुरुष ने, एक नहीं, भाई साहब भाई दया सिंह जी महाराज की संप्रदा, होर टकसाल वाले महापुरख, होर किन्ने महापुरख प्यारे, ये सारा ही पंथ खालसा है। ध्यान देना, सारा ही पंथ खालसा है। सारियां दा पिता धन गुरु गोबिंद सिंह महाराज, सारियां दी माता धन माता साहिब कौर जी, सारियां दे गुरु शब्द गुरु गुरु ग्रंथ साहिब महाराज जी। कोई अड अड नहीं, ड्यूटियां हैं। तो ये सारे महापुरुष अपने नाल नहीं जोड़ते। जे बाबा बिधि चंद जी बाबा अदली जी दे कोल गए ने, गए भावें किसी ढंग नाल, ते जदों कहा सी बाबा जी मैनू अपना बना लो, तो बाबा अदली जी ने कहा सी बिधि चंद मेरा नाम बन, मैं तेनों अपना नहीं बनाना। ध्यान देना, देखो मैं तेनों अपना नहीं बनाना, मेरा ना बन, जिहदा मैं तू उहदा बन जा, जिहड़ा मालक है ब्रह्मंडां दा। बाबा अदली जी ने बाबा बिधि चंद नूं पंचम पातशाह की शरण विच भेजिया। इहने गुरु घर दे महापुरुष। बाबा बुढ़ा साहब जी दे कोल जदों कोई आउंदा है, ते बाबा बुढ़ा साहब जी की कहंदे ने, इह ते नहीं कहंदे मेरा बन, ना ना। बाबा बुढ़ा साहब जी दे जीवन विच बड़े बचन आउंदे ने, ते जिहड़ा कोल आउंदा सी की कहंदे सन, जप शब्द दा। देखो की जपना है, जप शब्द दा, तप सेवा। महापुरुषों के बचन हैं प्यारिओ। पहले समयां दे विच प्राणायाम हुंदा, तपस्या हुंदी। गुरु नानक साहब सच्चे पातशाह जी ने प्राणायाम की थां भगती नूं दित्ती है, सिमरन नूं दित्ती है। तपस्या की थां सेवा नूं दित्ती है। हर माई भाई बच्चा जवान बिरध सेवा सिमरन करके सहज नाल अपने जीवन को सफल कर सकता है। ताही तो आम आ धारना पढ़िया करदे, नाम जपीए तां दूर हुंदे दुखड़े, सेवा करके मान पाईदा। जपीए तां दूर हुंदे दुखड़े, सेवा करके मान पाईदा। जपीए तां दूर हुंदे दुखड़े, सेवा करके मान पाईदा। नाम जपीए तां दूर हुंदे दुखड़े, सेवा करके मान पाईदा। नाम जपीए तां दूर हुंदे दुखड़े, सेवा करके मान पाईदा। नाम जपीए तां दूर हुंदे दुखड़े, सेवा करके मान पाईदा। मेरे प्यारे सेवा करके मान पाईदा। वावा वावा जी सेवा करके मान पाईदा। सेवा करके मान पाईदा। वावा वावा सेवा करके मान पाईदा। मेरे प्यारे सेवा करके मान पाईदा। बाबा बाबा सेवा करके मान पाईदा। नाम जपीए तां दूर हुंदे
ਸਿਮਰ ਸਿਮਰ ਸੁਖ ਪਾਵ, ਕਲ ਕਲੇਸ਼ ਤਨ ਮਾਹਿ ਮਿਟਾਓ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲਡਾਈਐ। ਜਿਹੜੀ ਸਤਿਗੁਰ ਦੀ ਸੇਵਾ ਹੈ ਨਾ ਪਿਆਰਿਓ, ਇਹ ਵੱਡਾ ਤਪ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਪੱਸਿਆ ਦੀ ਥਾਂ ਸੇਵਾ ਨੂੰ ਦਿੱਤੀ ਹੈ। ਸਾਧ ਸੰਗਤ ਜੀ, ਸੇਵਾ ਕਿਹੜੀ? ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਵਤ ਪ੍ਰਾਪਤ ਸੁਆਮੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕੇ ਸੰਭਲ ਬੰਨੇ। ਉਹ ਸੇਵਾ ਪ੍ਰਵਾਨ ਹੁੰਦੀ ਹੈ ਜਦੋਂ ਅੰਦਰ ਪ੍ਰੀਤ ਹੋਵੇ, ਪ੍ਰਤੀਤ ਹੋਵੇ, ਤੇ ਉਹ ਸੇਵਾ ਲੇਖ 'ਚ ਪੈਂਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਪੱਸਿਆ ਦੀ ਥਾਂ ਸੇਵਾ। ਬਾਬਾ ਬੁੱਢਾ ਸਾਹਿਬ ਜੀ ਬਚਨ ਕਰਿਆ ਕਰਦੇ, ਜਪ ਸ਼ਬਦ ਦਾ, ਤਪ ਸੇਵਾ, ਸੰਯਮ ਆਪਣੀਆਂ ਇੰਦਰੀਆਂ ਦਾ। ਦੇਖੋ, ਆਪਣੀ ਇੰਦਰੀਆਂ ਤੇ ਕੰਟਰੋਲ ਕਰਨਾ, ਇਹ ਸੰਯਮ। ਤੇ ਅਗਲਾ ਬਚਨ ਆਪ ਜੀ ਦਾ, ਟੇਕ ਗੁਰੂ ਪਰਮੇਸ਼ਰ ਦੀ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰ। ਇੱਕ ਦਾ ਓਟ ਆਸਰਾ ਲੈਣਾ ਹੈ ਪਿਆਰਿਓ, ਇੱਕ ਦਾ ਓਟ ਆਸਰਾ, ਇੱਧਰ ਉੱਧਰ ਨਹੀਂ। ਅਸੀਂ ਸਾਖੀਆਂ ਸੁਣਨੇ ਆ ਭਾਈ ਪਤੰਗਾ ਜੀ ਦੀ, ਜਮਾਲ ਖਾਂ ਦੀ। ਭਾਈ ਪਤੰਗਾ ਜੀ ਦੇ ਕੋਲ ਅਮਾਨਤਾਂ ਰੱਖੀਆਂ ਜਾਂਦੀਆਂ, ਜਮਾਲ ਖਾਂ ਨੇ 500 ਮੋਹਰ ਰੱਖੀ, ਭਾਈ ਪਤੰਗਾ ਜੀ ਨੇ ਬਰਤਨ ਰੱਖ ਲਿਆ, ਉਹ ਮੋਹਰਾਂ ਦੀ ਥੈਲੀ ਰੱਖ ਲਈ, ਭੁੱਲ ਗਏ। ਜਮਾਲ ਖਾਂ 6 ਮਹੀਨੇ ਬਾਅਦ ਆਇਆ, ਨਾ ਜਿੱਥੇ ਮਾਨਤਾ ਨੇ, ਨਾ ਉੱਥੇ ਮੋਹਰਾਂ ਨੇ, ਨਾ ਵਹੀ ਵਿੱਚ ਲਿਖਿਆ। ਉਹ ਨਵਾਬ ਕੋਲ ਜਾ ਕੇ ਰੋਇਆ ਵੀ ਤੁਸੀਂ ਤੇ ਕਹਿੰਦੇ, ਸਾਰੇ ਕਹਿੰਦੇ ਸੀ ਗੁਰੂ ਦੇ ਸਿੱਖ ਵਰਗਾ ਕੋਈ ਨਹੀਂ, ਬੜਾ ਭਰੋਸਾ ਕਰਦੇ ਸੀ, ਮੇਰੀ ਤੇ 500 ਮੋਹਰ ਖਾ ਗਿਆ। ਉਹ ਕਹਿੰਦੇ ਮੈਂ ਨਹੀਂ ਮੰਨਦਾ। ਅਖੀਰ ਫੈਸਲਾ ਹੋਇਆ ਕਿ ਕੜਾਹੇ ਵਿੱਚ ਗਰਮ ਤੇਲ ਕੀਤਾ ਜਾਵੇ, ਵਿੱਚ ਟਗੇ ਸੁੱਟੇ ਜਾਣ ਤਰਾਮੇ ਦੇ, ਦੋਵੇਂ ਹੱਥ ਪਾ ਕੇ ਕੱਢਣ। ਜਿਹਦਾ ਹੱਥ ਸੜ ਗਿਆ ਝੂਠਾ, ਜਿਹਦਾ ਬਚ ਗਿਆ ਸੱਚਾ। ਤੇ ਇਹ ਜਿਹੜਾ ਜਮਾਲ ਖਾਂ ਸੀ, ਹੁਣ ਇਹਨੇ ਤੇ ਪੀਰ ਯਾਦ ਕਰ ਲਏ ਜਿੰਨੇ ਕੁ ਯਾਦ ਸੀ। ਫਲਾਣਾ ਪੀਰਾ ਤੇਰੇ ਮੈਂ ਆਹ ਕਰਾਂਗਾ, ਤੇਰੇ ਆਹ ਕਰਾਂਗਾ, ਤੇਰੇ ਆਹ ਕਰਾਂਗਾ। ਇਹਨੇ ਹੱਥ ਪਾਇਆ ਤੇ ਹੱਥ ਸੜ ਗਿਆ। ਤੇ ਜਦੋਂ ਗੁਰਸਿੱਖ ਨੇ ਹੱਥ ਪਾਇਆ, ਇੱਕ ਦਾ ਓਟ ਆਸਰਾ ਲਿਆ। ਬਸ ਗੁਰਸਿੱਖ ਨੂੰ ਆਸਰਾ ਇੱਕ ਦਾ ਹੈ। ਗੁਰਬਾਣੀ ਕਹੀਏ, ਗੁਰੂ ਕਹੀਏ, ਵਾਹਿਗੁਰੂ ਕਹੀਏ। ਵਾਹਿਗੁਰੂ, ਗੁਰੂ ਤੇ ਬਾਣੀ ਤਿੰਨੇ ਇੱਕ ਰੂਪ ਹਨ ਪਿਆਰਿਓ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਗੁਰਸਿੱਖ ਜਦ ਅਰਦਾਸ ਕਰਦਾ ਨਾ, ਕੇਵਲ ਬਾਹਰੋਂ ਨਹੀਂ, ਉਹਦੇ ਹਿਰਦੇ ਦੇ ਵਿੱਚ ਹਮੇਸ਼ਾ ਆਹ ਅਰਦਾਸ ਹੁੰਦੀ ਹੈ, ਇੱਕ ਤੱਕਿਆ ਆਸਰਾ ਤੇਰਾ, ਹੋਰ ਸਭੇ ਟਾਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭੇ ਟਾਈਆਂ ਢੇਰੀਆਂ। ਤੱਕਿਆ
सतगुर आयो शरण तुहारी, मिलै सूख नाम हर शोभा, चिंता लाहे हमारी। अवर ना सूझै दूजी, ठहार हार पर तो द्वारी। एक दा ओट आसरा, जप शब्द दा, तप सेवा, संयम अपनियां इंद्रियां दा, ते टेक गुरु परमेश्वर दी। ये बाबा बुढ़ा साहब जी कोई भी आउंदा सी ते उन्होंने बचन करते सन प्यारे, गुरु नाल जोड़ते हैं। महापुरुषों ने संसार चक्कर लाया ते प्यारो गुरमत दा प्रचार। जब यूपी आप जी 1966 विच गए सरबत छड्ड के, ते कुछ समय तो बाद पंज सिंघां ने अरदासा कीता, जिस वेले उत्थे दीवान शुरू हुए। अज भी बिलासपुर के इलाके में जाओ तो कहेंगे सत्संग ते जाना, सत्संग ते। हर मजहब के प्रेमी, हर संप्रदा दे उस दीवाना में सत्संग इकट्ठे होया करते सी। ते महापुरुषों ने की वचन किया कि कलयुग का दैंत है भाई, अपना मुकाबला कलयुग के दैंत नाल है, किसी मजहब नाल नहीं, किसी संप्रदा नाल नहीं। ध्यान देना, आओ इकट्ठे हो। ते संसार के कोने कोने, केवल यूपी के अंतराई एरिया की गल नहीं, शरीर के बचपन विच भी, जवानी विच भी, शरीर की बिरध अवस्था विच भी, चाहे इंडिया के कई स्टेटा गए, बाहरले देशों में गए, अमरीका गए, कनेडा गए, इंग्लैंड गए, या किसी हो जगह भी गए, तो आप जी ने शब्द गुरु दे ही लड़ लाया प्यारे। जो 10वें पातशाह का हुक्म है, आज्ञा पी अकाल की तबे चलायो, पंथ सब सिखन को हुक्म है, गुरु मान्यो ग्रंथ। धन गुरु ग्रंथ साहिब का फरमान है, बाणी गुरु, गुरु है बाणी विच बाणी अमृत सारे। गुरबाणी कहे सेवक जन मानै, प्रतख गुरु निस्तारे। क्योंकि आप जिया ने बचपन छोटी उम्र में अमृत छकिया से, रहत विच परपक्क। जिस वे तमोट नगर दीवान लगे ने, तमोट नगर की संगत हर साल इत्थे तवियां दियां चुरां बनाउंदे आ, कई दिन सेवा करते हैं, समागम च आउंदे आ, होर जिथे संगतां देश प्रदेशों तो आउंदियां उत्थे तमोट नगर की संगत भी आउंदी है। ते जदों पहली वार दीवान शुरू होए ने ना, तो जेडे उत्थों के बजुर्ग सन, मातावां ते बजुर्ग, तो वो दस्या करते भी बहुत छोटी उम्र में अमृत वेले, उस वेले घड़ियां नहीं सी हुंदियां, तारियां के हिसाब नाल उठदे, ते आप जी ने इशनान करके गुरुद्वारा साहब नूं जाना, ते उच्ची आवाज़ बाणी पढ़द्या शब्द गाउंदिया जाना। ते आले दुआले दे महल्ले वालियां ने कहना कि देखो भाई टाइम हो गया उठन का। आम गुरुद्वारे च संख पूरदे जां किते टल हुंदे जां संख, फिर बाद विच आया स्पीकर, नहीं तो संख पूरिया करदे। तो आप जी ने शब्द पढ़द्या जाना, आप तो सुरत करके जागदे ते दूजियां नूं सुत्तियां नूं भी जगाउंदे। जिहड़े शरीर करके सुते उन्हां नूं भी, जिहड़े सुरत करके सुते उन्हां नूं भी जगाउंदे, जिहड़े मन करके सुते। पीनी रैनड़िए चमकन तारे, जागन संजना मेरे राम प्यारे। राम प्यारे सदा जाके, नाम सिमरै अंध नो, चरण कमल ध्यान हृदय, पर बिसर नाही इखे नो। वो आप सुरत करके जागते है। तो ये जड़ा संसार सुता ना, तेही गुणी संसार भरम सुता, सुत्या रैन बिहानी, ये सुते संसार नूं भी जगाउंदे है प्यारे। तो की आवाज़ देंदे है? आवाज़ सारे संसार नूं दित्ती है। ओ लड़ शब्द गुरु दे लगना, हुक्म सानू बाजा वाले दा। लड़ शब्द गुरु दे लगना, हुक्म सानू बाजा वाले दा। लड़ शब्द गुरु दे लगना, हुक्म सानू बाजा वाले दा। लड़ शब्द गुरु दे लगना, हुक्म
ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ, ਲੜ ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ, ਲੜ ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ, ਲੜ ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ। ਲੜ ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ, ਲੜ ਸ਼ਬਦ ਗੁਰੂ ਦੇ ਲੱਗਣਾ, ਹੁਕਮ ਸਾਨੂੰ ਬਾਜਾਂ ਵਾਲੇ ਦਾ। ਇਹ ਆਵਾਜ਼ ਸਾਰੇ ਸੰਸਾਰ ਨੂੰ ਦਿੱਤੀ, ਜਿੱਥੇ ਵੀ ਗਏ ਨੇ। ਆਪ ਉਸ ਅਵਸਥਾ ਦੇ ਮਾਲਕ, ਅਭੇਦ ਅਵਸਥਾ ਤੇ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ, ਜੋ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਖਸ਼ਾਂ ਹਨ। ਰਹੇ ਕਿਵੇਂ ਨੇ? ਦੱਸ ਤੋਂ ਪਹਿਲਾਂ ਬਾਬਾ ਹਰਪਾਲ ਸਿੰਘ ਜੀ ਪਾਸੋਂ ਸਰਵਣ ਕਰ ਸੀ ਤੁਸੀਂ, ਜੈਸੇ ਜਲ ਮੇ ਕਵ ਨਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਰਨ ਸਭੈ ਕਰ ਸਮਝੋ, ਮਾਨੀ ਮਾਹੇ ਉਦਾਸਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੁਗਤੀ ਹੈ। ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕਰਮ ਜੋਗੀ ਬਣਾਇਆ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹ ਭਗਤ ਵੀ ਹੈ, ਉਹ ਰਾਜਾ ਹੁੰਦਾ ਆ, ਗੁਰਮੁਖ ਵੀ ਹੈ, ਭਗਤ ਵੀ। ਤੇ ਰਹਿੰਦਾ ਕਿਵੇਂ ਹੈ? ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਹ ਜੀਵਨ ਗੁਰੂ ਸਾਹਿਬ ਨੇ ਆਪਣੇ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ ਬਖਸ਼ਿਆ। ਸੰਸਾਰ ਦੇ ਵਿੱਚ ਸਰੀਰ ਕਰਕੇ ਤਿਆਗ ਨਹੀਂ ਕਰਨਾ, ਮਨ ਕਰਕੇ ਤਿਆਗ ਕਰਨਾ। ਅੰਦਰੋਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇ ਕਮਲ ਅਲੇਪ। ਕਿਵੇਂ ਵਿਚਰਦੇ ਨੇ ਸੰਸਾਰ 'ਚ, ਕਿਵੇਂ ਰਹਿੰਦੇ ਨੇ ਉਹ ਪਿਆਰਿਆ? ਕੋਈ ਆਪਣਾ ਭਲਾ ਮੰਗਦਾ, ਕੋਈ ਪਰਿਵਾਰ ਦਾ ਭਲਾ ਮੰਗਦਾ। ਮਹਾਂਪੁਰਸ਼ਾਂ ਪਾਸੋਂ ਆਪਾਂ ਸਤਿਗੁਰ ਦੀ ਬਾਣੀ ਦੇ ਗਹਿਰੇ ਬਚਨ ਵੀ ਸਰਵਣ ਕੀਤੇ, ਗਹਿਰੀਆਂ ਸਾਖੀਆਂ ਵੀ ਸਰਵਣ ਕੀਤੀਆਂ, ਤੇ ਸਰਲ ਸਾਖੀਆਂ ਵੀ। ਕਿਉਂਕਿ ਜਿੱਥੇ ਵੀ ਆਪ ਜੀ ਦੇ ਦੀਵਾਨ ਸਜਦੇ, ਹਰ ਕੋਈ ਝੋਲੀਆਂ ਭਰ ਕੇ ਲੈ ਜਾਂਦਾ। ਬੜੇ ਬੜੇ ਪੜ੍ਹੇ ਲਿਖੇ ਜਿਹੜੇ ਨੇ ਨਾ ਪਿਆਰਿਓ, ਉਹ ਵੀ ਹੈਰਾਨ ਹੁੰਦੇ ਸਨ। ਮਹਾਂਪੁਰਸ਼ ਸਬਜੈਕਟ ਦਿਆ ਕਰਦੇ, ਕਿਸੇ ਨੂੰ ਹਉਮੈ ਦਾ ਦੇਣਾ, ਕਿਸੇ ਨੂੰ ਸ਼ਬਦ ਦਾ ਦੇਣਾ, ਕਿਸੇ ਨੂੰ ਮਾਇਆ ਦਾ ਦੇਣਾ। ਤੇ ਜਦੋਂ ਉਹਨਾਂ ਨੂੰ ਜਾ ਕੇ ਉਹ ਡਾਕਟਰ, ਪ੍ਰੋਫੈਸਰ, ਵਿਦਵਾਨ ਬੇਨਤੀ ਕਰਨੀ, ਤੇ ਕਈਆਂ ਨੇ ਪਤਾ ਕੀ ਕਹਿਣਾ? ਉਹ ਸੰਗਤ ਸਾਡੀ ਵਿਚਾਰ ਨੂੰ ਸਮਝ ਲਏਗੀ ਵੀ ਅਸੀਂ ਤੇ ਪੜ੍ਹੇ ਲਿਖੇ ਹਾਂ। ਹੁਣ ਮੈਂ ਨਾਂ ਨਹੀਂ ਲੈਣਾ, ਇੱਕ ਨੇ ਤੇ ਬੜਾ ਕੁਛ ਕਿਹਾ। ਤੇ ਜਦੋਂ ਸਟੇਜ ਤੇ ਉਹਦੀ ਵਾਰੀ ਆਈ ਨਾ, ਬੋਲਿਆ ਗਿਆ ਸੈਕਟਰੀ ਸਾਹਿਬ ਵੱਲੋਂ, ਤੇ ਉਹਨੇ ਫਤਿਹ ਬੁਲਾਈ, ਤੇ ਫਤਿਹ ਬੁਲਾਉਣ ਤੋਂ ਬਾਅਦ ਅੱਖਰ ਵੀ ਨਹੀਂ ਕਹਿ ਸਕਿਆ। ਬਸ ਉੱਥੇ ਰੱਬ ਜਾਣੇ ਕੀ ਹੋਇਆ। ਜਿਹੜਾ ਆਉਂਦਾ ਸੀ ਵੀ ਮੈਂ, ਵੀ ਅਸੀਂ ਜੋ ਕਹਾਂਗੇ ਸਮਝ ਲੈਣਗੇ, ਉਹ ਸੰਗਤ ਸਮਝ ਲਏਗੀ। ਲੈ ਦੇਖੋ, ਤੇ ਡਾਕਟਰ ਜੋਤ ਸਿੰਘ ਜੀ ਜਦੋਂ ਆਏ ਨੇ, ਉਹਨਾਂ ਨੂੰ ਦਿੱਤਾ ਸੀ ਸਬਜੈਕਟ ਸ਼ਬਦ ਤੇ ਬੋਲਣ ਦਾ। ਉਹਨਾਂ ਨੇ ਸ਼੍ਰੀ ਦਸਮ ਗ੍ਰੰਥ ਦਾ ਟੀਕਾ ਵੀ ਕੀਤਾ। ਹੋਰ ਵੀ ਉਹਨਾਂ ਦੇ ਕੋਲੋਂ ਅੱਗੇ ਕਈ ਪੜ੍ਹ ਲਿਖ ਕੇ ਪ੍ਰੋਫੈਸਰ, ਡਾਕਟਰ ਬਣੇ ਨੇ, ਬੜੇ ਵਿਦਵਾਨ ਨੇ ਉਹ। ਤੇ ਉਹ ਸ਼ਬਦ ਤੇ ਬੋਲੇ ਸਨ। ਤੇ ਜਦੋਂ ਉਹਨਾਂ ਨੇ ਫਤਿਹ ਬੁਲਾਈ ਨਾ, ਹੁਣ ਉਹਨਾਂ ਨੇ ਬੋਲ ਕੇ ਤੇ ਆਨੰਦਮਈ ਕੋਸ਼ ਤੱਕ ਆਪਣਾ ਸਮਾਂ ਪੂਰਾ ਕਰ ਦਿੱਤਾ। ਤੇ ਮਹਾਂਪੁਰਸ਼ ਉੱਠ ਕੇ ਖੜੇ ਹੋ ਗਏ। ਦੇਖੋ, ਮਹਾਂਪੁਰਸ਼ ਸਭ ਦਾ ਸਤਿਕਾਰ ਕਰਦੇ। ਕਹਿੰਦੇ ਇਹਨਾਂ ਕੋਲ ਸਮਾਂ ਇੰਨਾ ਸੀ, ਹੋ ਸਕਦਾ ਇਹਨਾਂ ਤਾਂ ਇੱਥੇ ਫਤਿਹ ਬੁਲਾਈ। ਇਹ ਨਹੀਂ ਕਿਹਾ ਵੀ ਇਸ ਤੋਂ ਅੱਗੇ ਵੀ ਨਹੀਂ। ਵੇਖੋ, ਸਤਿਕਾਰ ਕਰਦੇ ਸਭ ਦਾ।
ਮਹਾਂਪੁਰਸ਼ ਖੜੇ ਹੋ ਕੇ 45 ਮਿੰਟ ਜਿੱਥੋਂ ਉਹਨਾਂ ਨੇ ਛੱਡਿਆ ਸੀ ਉੱਥੋਂ ਹੀ ਸ਼ੁਰੂ ਕਰ ਦਿੱਤਾ। ਦੇਖੋ, ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੇ ਸਮਝਦੇ ਸਾਂ ਵੀ ਸੰਤ ਚਿੱਟੇ ਕੱਪੜੇ ਪਾ ਕੇ ਤੇ ਐਂ ਢੋਲਕੇ ਚੁੰਮਟੇ ਫੜੀ ਫਿਰਦੇ ਆ। ਅੱਜ ਪਤਾ ਲੱਗਾ ਕਿ ਨਾਮ ਅਭਿਆਸੀ ਐਸੇ ਮਹਾਂਪੁਰਸ਼ ਕਮਾਈ ਵਾਲੇ ਵੀ ਹਨ। ਉਹ ਹੀ ਨਹੀਂ, ਅਸੀਂ ਤੇ ਕਹਿੰਦੇ ਉਹੀ ਸਮਝਦੇ ਸੀ। ਉਹ ਕਈ ਵਾਰ ਮਹਾਂਪੁਰਸ਼ਾਂ ਕੋਲ ਆਇਆ ਕਰਦੇ, ਇਕੱਲੇ ਮਿਲਿਆ ਕਰਦੇ। ਰਾਣਾ ਸਾਹਿਬ ਸੰਤ ਸਮਾਜ ਦੀ ਮੀਟਿੰਗ ਹੋਈ, ਦਾਸ ਵਿੱਚ ਸੀ, ਆਪਣੇ ਪਿਆਰੇ ਮਹਾਂਪੁਰਸ਼ ਵੀ ਗਏ ਸਨ, ਹੋਰ ਵੀ ਮਹਾਂਪੁਰਸ਼ ਬਹੁਤ ਆਏ ਸਨ। ਸੰਤ ਸਮਾਜ ਦੀ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਸਾਬਕਾ ਜਥੇਦਾਰ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹ ਬੋਲੇ, ਕਹਿੰਦੇ ਅਸੀਂ ਤੇ ਐਂ ਸਮਝਦੇ ਹਾਂ ਚਿੱਟਿਆਂ ਚੋੜਿਆਂ ਵਾਲੇ, ਢੋਲਕਿਆਂ ਚੁੰਮਟਿਆਂ ਵਾਲੇ, ਪਰ ਕਹਿੰਦੇ ਜਦ ਹੁਣ ਪੜ੍ਹਿਆ ਨਾ ਕਿ ਭਾਈ ਸਾਹਿਬ ਭਾਈ ਦਇਆ ਸਿੰਘ ਤੋਂ ਕਿੰਨੇ ਕਿੰਨੇ ਮਹਾਂਪੁਰਸ਼ ਹੋਏ ਨੇ, ਕਿਤੇ ਬਾਬਾ ਸੋਭਾ ਸਿੰਘ ਜੀ ਸੋਢੀ, ਕਿਤੇ ਬਾਬਾ ਸਾਹਿਬ ਸਿੰਘ ਜੀ ਊਨਾ ਸਾਹਿਬ ਵਾਲੇ, ਕਿਤੇ ਬਾਬਾ ਭਾਗ ਸਿੰਘ ਜੀ, ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾਸ ਸਿੰਘ ਜੀ, ਉਹ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਅੰਗਰੇਜ਼ਾਂ ਦੇ ਛੱਕੇ ਛੜਾਏ ਹੈ। ਸ਼ਸਤਰ ਨਹੀਂ ਸੀ ਰੱਖੇ, ਹਥਿਆਰ ਨਹੀਂ ਸੀ ਰੱਖੇ। ਬਾਬਾ ਰਾਮ ਸਿੰਘ ਜੀ ਵਿਰਕਤ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਬਾਬਾ ਆਇਆ ਸਿੰਘ ਜੀ, ਬਾਬਾ ਆਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਰਾਣਾ ਸਾਹਿਬ ਵਾਲੇ ਮਹਾਂਪੁਰਸ਼। ਤੇ ਸਿੰਘ ਸਾਹਿਬ ਕਹਿੰਦੇ ਕਿ ਇਸ ਸੰਪਰਦਾ ਦੇ ਵਿੱਚ ਵੱਡੇ ਵੱਡੇ ਯੋਧੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਹੈ। ਕਹਿੰਦੇ ਹੁਣ ਪਤਾ ਲੱਗਾ, ਅਸੀਂ ਤਾਂ ਆਮ ਹੀ ਸਮਝਦੇ ਸਾਂ। ਤੇ ਡਾਕਟਰ ਜੋਧ ਸਿੰਘ ਜੀ ਦੇ ਅੰਦਰ ਇੰਨਾ ਪਿਆਰ ਸਤਿਕਾਰ ਮਹਾਂਪੁਰਖਾਂ ਦਾ, ਪਿਆਰਿਓ, ਕਿ ਅਸੀਂ ਤਾਂ ਸਮਝਦੇ ਸੀ। ਕਹਿੰਦੇ ਹੈ ਐਸੇ ਮਹਾਂਪੁਰਸ਼ ਹੈਗੇ। ਮੈਂ ਬੇਨਤੀ ਕਰ ਰਿਹਾ ਸੀ, ਮਹਾਂਪੁਰਸ਼ ਸਬਜੈਕਟ ਦਿਆ ਕਰਦੇ ਤੇ ਉਹ ਸਬਜੈਕਟ ਤੇ ਬੁਲਾਉਂਦੇ ਭਾਈ ਸਾਰਿਆਂ ਨੂੰ, ਤਾਂ ਕਿ ਜਿਹੜਾ ਸਮਾਂ ਹੈ ਇਹਦੇ ਵਿੱਚ ਸੰਗਤਾਂ ਨੂੰ ਕੁਝ ਪ੍ਰਾਪਤੀ ਹੋਵੇ, ਕੁਝ ਸੰਗਤਾਂ ਦੇ ਪੱਲੇ ਪਵੇ। ਕਿਤੇ ਆਪਣਾ ਬੀਬੀ ਪ੍ਰੀਤਮ ਜੋਤੀ, ਉਹਨਾਂ ਨੇ ਇੱਕ ਵਾਰ ਮਾਇਆ ਦਾ ਦਿੱਤਾ ਤੇ ਉਹ ਬੋਲ ਰਹੇ ਸੀ, ਤੇ ਮਹਾਂਪੁਰਸ਼ ਜਿੱਥੇ ਬੈਠੇ ਸੰਗਤਾਂ ਨੂੰ ਵੀ ਮਿਲ ਰਹੇ ਨੇ ਤੇ ਧਿਆਨ ਉਧਰ ਵੀ ਇੱਕ ਇੱਕ ਵਚਨ ਸੁਣਦੇ। ਉਹਨਾਂ ਨੇ ਜੋ ਵਿਦਿਆ ਪੜ੍ਹੀ ਸੀ, ਜਿਵੇਂ ਸਾਂਖ ਹੈ, ਨਿਆਇ ਸ਼ਾਸਤਰ ਹੈ, ਕਿ ਇੱਕ ਈਸ਼ਵਰ ਹੈ, ਇੱਕ ਜੀਵ ਹੈ, ਇੱਕ ਮਾਇਆ ਹੈ, ਇਹ ਤਿੰਨੇ ਅਨਾਦਿ ਹਨ। ਮਹਾਂਪੁਰਸ਼ਾਂ ਨੇ ਉਸੇ ਵੇਲੇ ਕਿਹਾ ਭਾਈ ਜਸਵੰਤ ਸਿੰਘ ਜੀ ਨੂੰ, ਨਹੀਂ ਇਹ ਦੱਸੋ ਵੀ ਇਹ ਜੀਵ ਤੇ ਮਾਇਆ ਅਨਾਦਿ ਨੇ, ਹੁਕਮ ਵਿੱਚ ਹੋਏ ਨੇ। ਹੁਕਮੀ ਹੋਵ ਜੀ ਹੁਕਮ ਲੈ ਵਡਿਆਈ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਰੰਗੀ, ਸਭ ਤੇ ਰਹਿ ਨਿਆਰਾ। ਵੱਡੇ ਵੱਡੇ ਵਿਦਵਾਨ ਚੁੱਕਦੇ ਪਿਆਰੇ। ਸਵਾਮੀ ਡਾਕਟਰ ਸਵਾਮੀ ਰਾਮ ਜੀ ਪਹਿਲੀ ਵਾਰ 93 ਚ ਆਏ ਸਨ। ਦੇਖ ਲਓ ਮਹਾਂਪੁਰਸ਼ਾਂ ਦੇ ਹੋ ਗਏ। ਫਿਰ ਕਿੰਨਾ ਕੁ ਸਤਿਕਾਰ, ਕਿੰਨਾ ਕੁ ਪਿਆਰ ਉਹਨਾਂ ਦੇ ਅੰਦਰ ਆਇਆ। ਹਾਲਾਂਕਿ ਉਹਨਾਂ ਨੇ ਬੜੇ ਬੜੇ ਤਪ ਕੀਤੇ, ਪ੍ਰਾਣਾਯਾਮ ਕੀਤੇ, ਸਾਧਨ ਕੀਤੇ, ਯੂਨੀਵਰਸਿਟੀ ਦੀਆਂ ਪੜ੍ਹਾਈਆਂ ਕੀਤੀਆਂ ਸਨ। ਉਸ ਤੋਂ ਬਾਅਦ ਕੋਈ ਸਾਧੂ ਸੰਤ ਨਹੀਂ ਛੱਡਿਆ ਪਹਾੜਾਂ ਦਾ ਜਿਹਦੇ ਕੋਲ ਨਹੀਂ ਗਏ, ਤਾਂ ਅਖੀਰ ਉਹਨਾਂ ਦਾ ਮਨ ਮੰਨਿਆ ਮਹਾਂਪੁਰਸ਼ਾਂ ਤੇ ਪਿਆਰਿਆ। ਕੀ ਨੇ ਉਹਨਾਂ ਦੇ ਬੱਚੇ ਜਦੋਂ ਪਹਿਲੀ ਵਾਰ ਇੱਥੇ, ਪਹਿਲਾਂ ਦਰਖਤਾਂ ਥੱਲੇ ਬੈਠੇ ਸੀ, ਫਿਰ ਕਮਰੇ 'ਚ ਗਏ, ਦਰਖਤਾਂ ਥੱਲੇ ਬੈਠੇ, ਦਾਸ ਕੋਲ ਖੜਾ ਸੀ। ਜਦ ਬਚਨ ਹੋਇਆ ਤੇ ਕਹਿੰਦੇ ਹਮ ਗਲੇ ਤੱਕ ਭਰੇ ਹੋਏ ਹੈ, ਦਿਲ ਕਰਤਾ ਸਰੀਰ ਛੋੜ ਦੇ। ਮਹਾਂਪੁਰਸ਼ ਕਹਿੰਦੇ ਸਵਾਮੀ ਜੀ ਨਹੀਂ, ਆਓ। ਜਦੋਂ एक घंटा वचन किते कमरे हंसते हुए निकले, हमने बहुत बड़ा खजाना लूटा है, ये तो प्यार के सागर हैं। देखो प्यारे, वो स्वामी डॉक्टर राम जी जिन्हों के शेख वेद भारती जी वर्गे महापुरुष, नंद मुनि जी वर्गे प्यारे, उन्होंने अंदर भी सत्कार, सब नाल प्यार करते, कदी किसी नाल नहीं, चाहे चाहे किसी कोई संप्रदा दा होवे, किसी मजहब दा होवे ना। कहते जिथे बूटा लगा ना उन्होंने उत्थे ही पानी पाओ, उतों पुट के अपने विच ना कोशिश करो लिया, उन्होंने उत्थे पानी पा दो। इसका मतलब की है, जे कोई मुसलमान है तो वो अपने धर्म ते पक्का रहे, जे कोई हिंदू है तो अपने मजहब में अपने धर्म में पक्का रहे, जे गुरु का सिख है
ਤੇ ਉਹ ਸਤਿਗੁਰ ਦਾ ਹੁਕਮ ਮੰਨੇ, ਪੱਕਾ ਰਹੇ। ਕਹਿੰਦੇ ਜਿੱਥੇ ਬੂਟਾ ਲੱਗਾ ਉੱਥੇ ਪਾਣੀ ਪਾ ਦਿਓ। ਜਿਸ ਮਜ਼ਹਬ, ਜਿਸ ਧਰਮ, ਜਿਸ ਸੰਪਰਦਾ ਦਾ ਕੋਈ ਆ ਜਾਂਦਾ ਸੀ, ਉਹਨੂੰ ਉਸੇ ਢੰਗ ਨਾਲ ਅੱਗੇ ਤੋਰ ਦਿੰਦੇ ਸਨ ਪਿਆਰਿਓ। ਅੱਜ ਯੂਪੀ ਦੇ ਵਿੱਚ ਕਈ ਆਉਂਦੇ ਤੇ ਇੱਕ ਇਹਨਾਂ ਦਾ ਬਚਨ ਕਹਿੰਦੇ, ਸਾਨੂੰ ਬਾਣਾ ਤਾਂ ਦੂਸਰੀ ਜਗ੍ਹਾ ਤੋਂ ਮਿਲਿਆ, ਪਰ ਨਾਮ ਦੀ ਸੋਝੀ ਸਾਨੂੰ ਇਹਨਾਂ ਤੋਂ ਆਈ ਹੈ। ਦਾਸ ਨਾਲ ਵੀ ਕਈਆਂ ਮਹਾਂਪੁਰਸ਼ਾਂ ਦੀ ਵਿਚਾਰ ਇਕੱਲੇ ਬੈਠ ਕੇ ਹੋਈ ਹੈ, ਜਿਹੜੇ ਕੋਈ ਭਗਵੇ ਬਸਤਰ ਪਾਉਂਦੇ, ਕਈ ਬੜੇ ਬੜੇ ਤਿਆਗੀ ਧੂਣੀਆਂ ਤਾਉਣ ਵਾਲੇ, ਤੇ ਉਹਨਾਂ ਦੇ ਬਚਨ ਨੇ ਕਿ ਅਸੀਂ ਕਮਾਈਆਂ ਸਾਧਨ ਤਾਂ ਬੜੇ ਕੀਤੇ ਹੈ, ਪਰ ਸਾਨੂੰ ਜੇ ਸੋਝੀ ਆਈ ਹੈ, ਸਾਨੂੰ ਜੇ ਅੱਗੇ ਜੇ ਮਾਰਗ ਮਿਲਿਆ ਹੈ, ਰਸਤਾ ਮਿਲਿਆ ਹੈ, ਤੇ ਇਹਨਾਂ ਮਹਾਂਪੁਰਸ਼ਾਂ ਤੋਂ ਮਿਲਿਆ। ਇੱਕ ਸੰਤ ਪਿਆਰਾ ਸਿੰਘ ਜੀ ਹੁੰਦੇ ਯੂਪੀ ਦੇ ਵਿੱਚ, ਬੜੇ ਚੰਗੇ ਸਨ। ਉਹ ਉਦਾਸੀ ਸਾਧੂਆਂ ਨਾਲ ਰਹੇ, ਬੜੀਆਂ ਦਵਾਈਆਂ ਬੂਟੀਆਂ ਜਾਣਦੇ ਸਨ, ਕਿਤੇ ਧੂਣੀਆਂ ਵੀ ਤਾਈਆਂ, ਬੜਾ ਜੀਵਨ ਸਾਧੂਆਂ ਨਾਲ ਕੱਟਿਆ ਉਹਨਾਂ ਨੇ। ਤੇ ਫਿਰ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ। ਤੇ ਉਹਨਾਂ ਨੇ ਕਈ ਵਾਰ ਹੱਸ ਕੇ ਕਹਿਣਾ, ਕਹਿੰਦੇ ਜ਼ਿੰਦਗੀ ਲੰਘ ਗਈ ਸਾਡੀ ਬੜੇ ਬੜੇ ਸਾਧੂਆਂ ਨਾਲ, ਬੜੇ ਸਾਧਨ ਕੀਤੇ, ਤੇ ਕਹਿੰਦੇ ਗੁਰੂ ਦੀ ਕਿਰਪਾ ਹੋਈ, ਅੰਮ੍ਰਿਤ ਛਕਿਆ। ਤੇ ਜਿਹੜਾ ਅਗਲਾ ਭਜਨ ਪਤਾ ਕੀ ਕਹਿੰਦੇ, ਕਹਿੰਦੇ ਮੈਂ ਹੈਰਾਨ ਹੋ ਜਾਂਦਾ, ਆਹ ਕਈ ਜਦੋਂ ਦਸਮ ਦਵਾਰ ਦੀਆਂ ਗੱਲਾਂ ਕਰਦੇ ਨੇ ਨਾ, ਹੈਂ, ਕਹਿੰਦੇ ਮੈਂ ਤਾਂ ਹੈਰਾਨ ਹੀ ਹੋ ਜਾਂਦਾ। ਕਹਿੰਦੇ ਮੈਂ ਸੱਚ ਕਹਿਣਾ, ਉਹ ਸਾਨੂੰ ਤੇ ਮਨ ਦਾ ਵੀ ਨਹੀਂ ਪਤਾ ਲੱਗਾ ਅਜੇ ਤੱਕ, ਸਾਨੂੰ ਤੇ ਮਨ ਦਾ ਵੀ ਨਹੀਂ ਪਤਾ ਲੱਗਾ, ਜ਼ਿੰਦਗੀ ਲੰਘ ਗਈ ਹੈ। ਕਹਿੰਦੇ ਮਨ ਹੀ ਨਹੀਂ ਕਾਬੂ ਚ ਆਉਂਦਾ। ਲੈ ਸੱਚ ਬੋਲਣਾ ਕੋਈ ਸੁੱਖ ਹੈ? ਕਹਿੰਦੇ ਮੈਂ ਹੈਰਾਨ ਹੋ ਜਾਣਾ। ਉਹਨਾਂ ਐਸਿਆਂ ਦੇ ਉੱਤੇ ਵੀ ਆਪਣੇ ਪਿਆਰੇ ਮਹਾਂਪੁਰਸ਼ਾਂ ਦਾ ਅਸਰ ਹੋਇਆ ਪਿਆਰਿਓ। ਇੱਕ ਸੰਤ ਗੁਰਬਚਨ ਸਿੰਘ ਹੁੰਦੇ ਸਨ, ਕਿਉਂਕਿ ਕੋਈ ਇੱਕ ਬਚਨ ਹੈ ਮਹਾਂਪੁਰਸ਼ਾਂ ਦਾ, ਉਹਨਾਂ ਦਾ ਐਸਾ ਖਿਆਲ, ਉਹ ਨੱਥਰਪੁਰ ਵਾਲੇ ਮਹਾਂਪੁਰਸ਼ਾਂ ਨੂੰ ਪਹਿਲਾਂ ਮੰਨਦੇ ਸਨ, ਭਾਵ ਸਾਦਾ ਜੀਵਨ। ਉਹਨਾਂ ਨੇ ਥੋੜ੍ਹਾ ਜਿਹਾ ਖੇਤ ਰੱਖਣਾ, ਭਈ ਪਾਣੀ ਵੀ ਨਹੀਂ ਲਾਉਣਾ, ਬਾਰਿਸ਼ ਦੀ ਪਾਣੀ ਨਾਲ ਜੋ ਹੋਏਗਾ, ਖਾਦ ਨਹੀਂ ਪਾਉਣੀ, ਉਹ ਭੋਜਨ ਉਹਦਾ ਖਾਣਾ। ਕੋਠੀ ਛੱਡ ਕੇ ਇੱਕ ਪਾਸੇ ਬੈਠੇ, ਸਰਦੀਆਂ 'ਚ ਵੀ ਇੱਕ ਮਾੜਾ ਜਿਹਾ ਖੇਸ ਰੱਖਿਆ। ਤੇ ਬਿਲਾਸਪੁਰ ਦਾ ਜਿਹੜਾ ਡੈਮ ਹੈ ਨਾ, ਉੱਥੇ ਇੱਕ ਨਹਿਰ ਨਿਕਲਦੀ ਹੈ, ਚੜ੍ਹਦੇ ਵਾਲੇ ਪਾਸਿਓਂ ਬੇਗਮਾਬਾਦ ਨੂੰ ਜਾਂਦੀ ਹੈ, ਪਗੰਬਰਾਪੁਰ ਨੂੰ ਬੇਗਮਾਬਾਦ। ਤੇ ਡੈਮ 'ਤੇ ਉਹ ਘਰੋਂ ਆਪਣੇ ਲੱਕ ਨੂੰ ਕਸ਼ਹਿਰਾ ਬੰਨ੍ਹ ਕੇ ਤੇ ਪਰਨਾ ਮੋਢੇ 'ਤੇ ਰੱਖ ਕੇ, ਤੇ 5 ਕਿਲੋਮੀਟਰ ਉਹਨਾਂ ਦਾ ਘਰ ਹੈ। ਹੁਣ ਤਾਂ ਚੜ੍ਹਾਈ ਕਰਕੇ ਬਹੁਤ ਦੇਰ ਹੋ ਗਈ, ਦਾਸ ਨਾਲ ਬੜਾ ਪਿਆਰ ਸ਼ਰਨ। ਉੱਥੋਂ ਦੌੜ ਲਾਉਣੀ, ਤੇ ਇਹ ਜਿਹੜਾ ਡੈਮ ਦੇ ਨਾਲ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਨਾ, ਉਹਦੇ ਵਿੱਚ ਕੇਸੀ ਇਸ਼ਨਾਨ ਕਰਨਾ, 5 ਪਾਠ ਜਪਜੀ ਸਾਹਿਬ ਦੇ, ਚਾਹੇ ਠੰਡਾ ਪਾਣੀ ਹੋਣਾ ਵਿੱਚ ਕਰਨੇ। ਤੇ ਇੱਕ ਦਿਨ ਉੱਥੇ ਚੁੱਭੀਆਂ ਮਾਰ ਰਹੇ ਸੀ, ਤੇ ਉਹ ਕੇਸ ਖੁੱਲ੍ਹੇ ਸਨ। ਕਿਸੇ ਨੇ ਕਿਹਾ ਕੋਈ ਜਾਨਵਰ ਹੈ, ਤੇ ਉਹਨੇ ਬਹੁਤ ਮੋਟਾ ਡੰਡਾ ਉਹਨਾਂ ਦੇ ਸਿਰ ਵਿੱਚ ਮਾਰਿਆ ਵੀ ਜਾਨਵਰ ਹੈ ਪਾਣੀ ਦਾ। ਪਰ ਧੰਨ ਮਹਾਂਪੁਰਸ਼, ਉਹਨਾਂ ਨੇ ਰੋਸ ਨਹੀਂ ਕੀਤਾ। ਦੇਖੋ ਹੈ, ਫਿਰ ਤੇ ਮੈਂ ਕੇਸ ਕਰਨਾ, ਮੇਰੇ ਸਿਰ 'ਚ ਟਾਂਕੇ ਲੱਗੇ ਨੇ ਪਿਆਰਿਓ। ਤੇ ਸਮਾਂ ਆਇਆ, ਉਹ ਵੀ ਮਹਾਂਪੁਰਸ਼ਾਂ ਦੇ ਸਾਸਕ ਦੀਵਾਨਾਂ ਵਿੱਚ ਆਉਣ ਲੱਗ ਪਏ। ਉਹ ਵੀ ਐਸੇ ਸਨ। ਇੱਕ ਦਾ ਜੀਵਨ ਮਹਾਂਪੁਰਸ਼ਾਂ ਦੇ ਬਦਲਿਆ, ਪਤਾ ਨਹੀਂ ਕਿੰਨਾ। ਹਰ ਇੱਕ ਨਾਲ ਪਿਆਰ, ਜੋ ਗੁਰੂ ਨਾਨਕ ਸਾਹਿਬ ਦਾ ਘਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਉਹ ਤਾਂ ਭਲਾ ਸਰਬੱਤ ਦਾ ਮੰਗਦੇ, ਕੱਲੇ ਆਉਂਦੇ ਵਾਹਿਗੁਰੂ ਦੇ। ਉਹ ਤਾਂ ਭਲਾ ਸਰਬੱਤ ਦਾ ਮੰਗਦੇ ਜੀ, ਕੱਲੇ ਆਉਂਦੇ ਵਾਹਿਗੁਰੂ ਦੇ। ਭਲਾ ਸਰਬੱਤ ਦਾ ਮੰਗਦੇ, ਭਲੇ
ਆਉਂਦੇ ਵਾਹਿਗੁਰੂ ਦੇ, ਉਹ ਤਾਂ ਭਲਾ ਸਰਬੱਤ ਦਾ ਮੰਗਦੇ ਜੀ, ਕੱਲੇ ਆਉਂਦੇ ਵਾਹਿਗੁਰੂ ਦੇ, ਉਹ ਭਲਾ ਸਰਬੱਤ ਦਾ ਮੰਗਦੇ, ਕੱਲੇ ਆਉਂਦੇ ਵਾਹਿਗੁਰੂ ਦੇ, ਉਹ ਤਾਂ ਭਲਾ ਸਰਬੱਤ ਦਾ ਮੰਗਦੇ, ਕੱਲੇ ਆਉਂਦੇ ਵਾਹਿਗੁਰੂ ਉਹਦਾ ਭਲਾ ਸਰਬੱਤ ਦਾ ਮੰਗਦੇ, ਕੱਲੇ ਆਉਂਦੇ ਵਾਹਿਗੁਰੂ ਦੇ, ਉਹਦਾ ਭਲਾ ਸਰਬੱਤ ਦਾ ਮੰਗਦੇ, ਕੱਲੇ ਆਉਂਦੇ ਵਾਹਿਗੁਰੂ ਦੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ, ਨਾਮ ਦੀ ਪ੍ਰਾਪਤੀ ਕੀ ਹੈ? ਜਦੋਂ ਸਾਨੂੰ ਸਤਿਗੁਰੂ ਤੋਂ ਗੁਰਮੰਤਰ ਦੀ ਦਾਤ ਮਿਲਦੀ ਹੈ ਨਾ, ਇੱਥੋਂ ਸ਼ੁਰੂ ਹੁੰਦਾ ਹੈ ਵੀ ਨਾਮ ਮਿਲ ਗਿਆ। ਤੇ ਫਿਰ ਨਾਮ ਜਪਦਿਆਂ ਜਪਦਿਆਂ ਉਹ ਅਵਸਥਾ ਪ੍ਰਾਪਤ ਹੋ ਜਾਣੀ। ਪਿਆਰਿਓ, ਬੈਖਰੀ ਬਾਣੀ, ਮਧਮਾ ਬਾਣੀ, ਬਸੰਤੀ ਬਾਣੀ, ਪਰਾ ਬਾਣੀ, ਗੁਰਮੁਖ ਰੋਮ ਰੋਮ ਹਰ ਧਿਆਵੈ, ਤੇ ਫਿਰ ਸਾਰੀ ਪ੍ਰਕਿਰਤੀ ਚ ਨਾਮ ਦੀ ਧੁਨ ਸੁਣਨੀ। ਉਸ ਅਵਸਥਾ ਨੂੰ ਕਹਿੰਦੇ ਨਾਮ ਦੀ ਪ੍ਰਾਪਤੀ। ਉੱਥੇ ਜਾ ਕੇ ਗੱਲਾਂ ਬਾਤਾਂ ਨਾਲ ਨਹੀਂ, ਗੱਲਾਂ ਬਾਤਾਂ ਨਾਲ ਨਹੀਂ। ਉਹ ਅਵਸਥਾ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਾ ਕੀਤੀਆਂ। ਖੂਹ ਚੱਲ ਰਿਹਾ, ਬੈਠੇ ਨੇ ਕੋਲ, ਤੇ ਸਾਹਿਬ ਕੀ ਫਰਮਾਨ ਕਰਦੇ ਨੇ, ਹਰ ਹਟ ਪੀ ਤੂੰ ਤੂੰ ਕਰੈ, ਬੋਲ ਹੈ ਭਲੀ ਬਾਣ, ਸਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੈ ਪੁਕਾਰ, ਹਰ ਹਟ ਪੀ ਤੂੰ ਤੂੰ ਕਰੈ। ਲੱਕੜੀ ਦੇ ਖੂਹ ਹੁੰਦੇ, ਭਾਵ ਬਜ਼ੁਰਗ ਜਿਹੜੇ ਨੇ ਨਾ, ਉਹਨਾਂ ਨੇ ਉਹ ਦੇਖੇ ਆ ਤੇ ਚਲਾਏ ਆ। ਟਿੰਡਾਂ ਹੁੰਦੀਆਂ ਮਿੱਟੀ ਦੀਆਂ, ਢੋਲ ਚਵੱਕਲ ਲੱਕੜੀ ਦੇ ਹੁੰਦੇ, ਬਾਅਦ 'ਚ ਫਿਰ ਲੋਹੇ ਦੀ ਮਾਲ ਬਣੀ ਕਰੀਏ, ਢੋਲ ਚਵੱਕਲ ਲੋਹੇ ਦੇ। ਅੱਜ ਕੱਲ੍ਹ ਤੇ ਬੱਚਿਆਂ ਨੂੰ ਸ਼ਾਇਦ ਇਹਦਾ ਪਤਾ ਵੀ ਨਹੀਂ। ਉਹ ਜਦੋਂ ਚੱਲਦੇ ਸਨ ਨਾ, ਤੇ ਆਵਾਜ਼ ਆਉਂਦੀ ਸੀ ਕੂੰ ਕੂੰ। ਪਰ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹਰ ਹਟ ਪੀ ਤੂੰ ਤੂੰ ਕਰੇ, ਸਭ ਤੇਰਾ ਹੀ ਜਸ ਗਾਰੇ। ਇਹ ਅਵਸਥਾ ਹੈ ਉਹਨਾਂ ਪਿਆਰਿਆਂ ਦੀ ਪਿਆਰਾ। ਤਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪੌਣ ਪਾਣੀ ਬੈ ਸੰਤਰੋ ਮੇਰੀ ਜ਼ਿੰਦੜੀਏ, ਨਿਤ ਹਰ 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 ਜਸ ਗਾਵੈ ਰਾਮ, ਸੋ ਅੰਤਰ ਸੋ ਬਾਹਰ ਅਨੰਦ ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਇ ਆਕਾਸ਼ ਪਿਆਲ, ਸਰਬ ਰੋਗ ਪੂਰਨ ਪ੍ਰਤਪਾਲ, ਬੰਧਨ ਪਰਬਤ ਹੈ ਪਾਪ ਬ੍ਰਹਮ, ਜੈਸੀ ਆਗੈ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁਲ ਦਾ ਦੇਸ਼ੇ ਸਮਾਹੇ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਇਹ ਅਵਸਥਾ ਪ੍ਰਭੂ ਪਿਆਰਿਆਂ ਦੀ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕੈ ਭਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਤੇ ਮਹਾਂਪੁਰਸ਼ ਕਿਆ ਕਰਦੇ, ਅਸੀਂ ਤੇ ਸਾਰਿਆਂ ਵਿੱਚ ਇੱਕੋ ਆਤਮਾ ਹੀ ਦੇਖਨੇ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕੈ ਭਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਨੇਕ ਬਚਨ ਪਿਆਰੇ ਮਹਾਂਪੁਰਸ਼ਾਂ ਦੇ, ਤੇ ਆਪ ਜੀ ਦਾ ਬਚਨ ਹੈ, ਜੀਵਨ ਹੀ ਪ੍ਰਚਾਰ ਹੈ। ਦੇਖੋ, ਸਰੀਰ ਦੀ ਛੋਟੀ ਉਮਰ ਅਵਸਥਾ ਉਸ ਵੇਲੇ ਵੀ ਪ੍ਰਚਾਰ ਕਰ ਰਹੇ ਆ, ਕਥਾ ਕੀਰਤਨ। ਜੇ ਸਿੰਧ ਵਿੱਚ ਗਏ ਨੇ ਤੇ ਕਿਰਤ ਕਰ ਰਹੇ ਨੇ, ਖੇਤੀ ਕਰ ਰਹੇ ਤੇ ਨਾਲ ਪ੍ਰਚਾਰ ਕਰ ਰਹੇ ਨੇ। ਜੇ ਆਰਮੀ ਵਿੱਚ ਸਰਵਿਸ ਕੀਤੀ ਹੈ, ਵਰਦੀ ਆਰਮੀ ਦੀ ਹੈ, ਨਾਲ ਨਾਮ ਬਾਣੀ ਦਾ ਪ੍ਰਚਾਰ ਹੋ ਰਿਹਾ ਹੈ। ਜੇ ਸੈਕਟਰੀਏਟ ਡਿਊਟੀ ਕੀਤੀ ਹੈ, ਸਰਵਿਸ ਕੀਤੀ ਹੈ, ਤੇ ਉਸ ਵੇਲੇ ਵੀ ਗੁਰਮਤਿ ਦਾ ਨਾਮ ਬਾਣੀ ਦਾ ਪ੍ਰਚਾਰ ਹੈ। ਜੇ ਯੂਪੀ ਵਿੱਚ ਗਏ ਨੇ, ਟਰੈਕਟਰ ਚਲਾ ਰਹੇ ਨੇ, ਤੇ ਨਾਲ ਪ੍ਰਚਾਰ ਹੋ ਰਿਹਾ। ਮੇਨ ਤੇ ਪ੍ਰਚਾਰ ਸੀ ਨਾ।
यूपी ਦੇ ਵਿੱਚ ਵੀ ਆਪ ਜੀ ਦੇ ਸਾਦੇ ਬਸਤਰ ਭਾਵ ਕੋਈ ਚੋਲਾ ਜਾਂ ਕੋਈ ਖਾਸ ਨਹੀਂ ਇਸ ਨੇ ਪਾਇਆ। ਪੈਂਟ ਸ਼ਰਟ, ਦਾੜਾ ਵੀ ਆਪ ਜੀ ਨੇ ਬੰਨਿਆ ਹੁੰਦਾ। ਆਮ ਜਦੋਂ ਸ਼ੁਰੂ ਹੋਏ ਕਹਿੰਦੇ ਇੱਕ ਫੌਜੀ ਸਰਦਾਰ ਆਏ ਨੇ, ਕੋਈ ਪੈਸਾ ਨਹੀਂ ਲੈਂਦੇ, ਬੜੀ ਵੱਡੀ ਗੱਲ ਸੀ। ਤੇ ਪਿਆਰਿਓ ਉਸ ਵੇਲੇ ਪ੍ਰਚਾਰ ਕਾਹਦੇ ਨਾਲ ਕੀਤਾ? ਨਾਮ ਬਾਣੀ, ਜੀਵਨ ਪ੍ਰਚਾਰ ਬਣ ਗਿਆ ਉਹਨਾਂ ਦਾ। ਇੱਥੇ ਇਸ ਇਲਾਕੇ 'ਚ ਪ੍ਰਚਾਰ ਸ਼ੁਰੂ ਕੀਤਾ ਪਹਿਲਾਂ ਉਸ ਤਰ੍ਹਾਂ ਹੀ, ਫੇਰ ਕੁੜਤਾ ਪਜਾਮਾ ਆਪ ਜੀ ਨੇ ਕਹਿੰਦੇ ਚਲੋ ਸਰੀਰ ਹੁਣ ਬਿਰਦਾ ਕੁੜਤਾ ਪਜਾਮਾ, ਉੱਥੇ ਕਿਤੇ ਹੀ ਪਾਉਂਦੇ ਸਨ। ਆਮ ਨਹੀਂ ਤੇ ਪੈਂਟ ਸ਼ਰਟ ਹੁੰਦੀ, ਦਾੜਾ ਬੰਨਿਆ ਹੁੰਦਾ ਪਿਆਰਿਓ ਆਪ ਜੀ ਨੇ। ਉਹਨਾਂ ਦਾ ਜੀਵਨ ਪ੍ਰਚਾਰ ਹੋ ਗਿਆ ਕਿ ਅੰਦਰੋਂ ਬਾਹਰੋਂ ਇੱਕ ਨੇ ਉਹ। ਮੈਂ ਜਿਹੜੀ ਬੇਨਤੀ ਪਹਿਲਾਂ ਸ਼ੁਰੂ ਕੀਤੀ ਸੀ ਵੀ ਸੰਸਾਰ ਦੇ ਅੰਦਰ ਵਿਰਲੇ ਹਨ, ਨਹੀਂ ਤੇ ਕੁਛ ਹੋਰ ਦਾ ਹੋਰ ਹੋ ਰਿਹਾ ਪਿਆਰਿਆ। ਦਾਸ ਕਈ ਵਾਰ ਬੇਨਤੀ ਕਰਦਾ ਕਿ ਬਾਜ ਸ਼ਿਕਾਰ ਕਰਦਾ, ਬਗਲਾ ਵੀ ਸ਼ਿਕਾਰ ਕਰਦਾ। ਬਗਲੇ ਨੂੰ ਕੋਈ ਚੰਗਾ ਨਹੀਂ ਕਹਿੰਦਾ ਤੇ ਬਾਜ ਨੂੰ ਕੋਈ ਮਾੜਾ ਨਹੀਂ ਕਹਿੰਦਾ। ਬਾਜ ਜੋ ਕਰਦਾ ਸਾਹਮਣੇ ਕਰਦਾ। ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਬਚਨ ਹੈ, ਤੱਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ। ਜੇਕਰ ਖੇਤੀ ਬਾਰਿਸ਼ ਨਾ ਪਈ ਹੋਵੇ, ਸੋਕਾ ਲੱਗਾ ਹੋਵੇ, ਬਾਰਿਸ਼ ਨਾਲ ਪਾਣੀ ਨਾਲ ਸੁੱਕੀ ਖੇਤੀ ਹਰੀ ਹੋ ਜਾਏਗੀ, ਪਰ ਜੇ ਹੜ੍ਹ ਦੀ ਮਾਰੀ ਖੇਤੀ ਹੋਵੇ ਤੇ ਉਹ ਪਾਣੀ ਨਾਲ ਹਰੀ ਨਹੀਂ ਹੁੰਦੀ। ਪਿਆਰਿਓ ਜੇ ਕਿਸੇ ਨੂੰ ਅਧੂਰਾ ਮਿਲ ਜਾਵੇ ਨਾ ਤੇ ਉਹ ਪਤਾ ਨਹੀਂ ਕਿੰਨਿਆਂ ਦਾ ਜੀਵਨ ਵਿਗਾੜ ਦਿੰਦਾ, ਦੂਜਿਆਂ ਦਾ ਨਿਸ਼ਚਾ ਟੁੱਟ ਜਾਂਦਾ, ਨਿਸ਼ਚਾ ਟੁੱਟ ਜਾਂਦਾ। ਇੱਕ ਮੁਸਲਮਾਨ ਵਿਦਵਾਨ ਲਿਖਦਾ ਹੈ, ਧਿਆਨ ਦੇਣਾ, ਸੱਚੇ ਸਾਧੂ ਦੀ ਕਿੰਨੀ ਲੋੜ ਹੈ ਤੇ ਵਿਰਲੇ ਹਨ। ਤੇ ਜਿੱਥੇ ਭੇਖ ਹੈ ਪਿਆਰਿਓ ਉੱਥੇ ਫਿਰ ਕਈਆਂ ਦਾ ਜੀਵਨ ਬਰਬਾਦ ਹੋ ਜਾਂਦਾ। ਸੱਜਣ ਠੱਗ ਆਪਾਂ ਕਹਿੰਦੇ, ਉਹ ਠੱਗ ਨਹੀਂ ਸੀ। ਉਹਦੇ ਜੀਵਨ ਦੀ ਗਹਿਰਾਈ ਵਿੱਚ ਜਾਈਏ, ਰੱਬ ਨੂੰ ਮੰਨਣ ਵਾਲਾ ਸੀ। ਘਰੋਂ ਤੁਰਿਆ ਕਿ ਰੱਬ ਦਾ ਕੋਈ ਪਿਆਰਾ ਮਿਲ ਜਾਵੇ ਤੇ ਭੇਖੀ ਮਿਲ ਗਏ। ਬਾਹਰੋਂ ਦਿਖਾਵਾ, ਅੰਦਰ ਠੱਗੀ। ਦੂਜੇ ਥਾਂ ਗਿਆ ਉਹੀ ਹਾਲ, ਤੀਜੇ ਥਾਂ ਗਿਆ, ਉਹ ਚੌਥੇ ਥਾਂ ਗਿਆ, ਬਣ ਗਿਆ ਸੀ ਸਾਧੂ ਤੇ ਠੱਗ ਬਣ ਕੇ ਆ ਗਿਆ। ਕਿਉਂਕਿ ਠੱਗਾਂ ਦੇ ਠੱਗ ਮਿਲੇ, ਸਾਧੂ ਮਿਲਿਆ ਨਹੀਂ। ਇੱਕ ਪੂਰੇ ਮੇਰੇ ਗੁਰੂ ਨਾਨਕ ਸਾਹਿਬ ਤੇ ਉਹਦੀ ਹਵੇਲੀ ਵਿੱਚ ਜਦੋਂ ਮੇਰੇ ਸਾਹਿਬ ਨੇ ਕਿਹਾ ਮਰਦਾਨਾ ਰਬਾਬ ਵਜਾ, ਤੇ ਉੱਥੇ ਸ਼ਬਦ ਉਚਾਰਨ ਕੀਤਾ, ਉਜਲ ਕਾ ਹਾਂ ਚਿਲਕਣਾ ਘੂਟ ਮਕਾਲੀ ਮਸ। ਉਹ ਸੱਜਣਾ ਕਾਂਸੀ ਦੇ ਭਾਂਡਿਆਂ ਨੂੰ ਲਿਸ਼ਣਾ, ਪਰ ਕਾਂਸੀ ਕਹਿਣ ਦਾ ਭਾਂਡਾ ਰਗੜੀ ਤੇ ਕਾਲਸੀ ਤੇਰੇ ਅੰਦਰੋਂ ਹਾਲ ਆਇਆ। ਤੇ ਇੱਕ ਪੂਰੇ ਮਿਲੇ ਤੇ ਬਖਸ਼ਿਸ਼ ਹੋ ਗਈ, ਅਧੂਰੇ ਬੜੇ ਮਿਲੇ ਸਨ। ਅਧੂਰੇ ਜੀਵਨ ਵਿਗਾੜ ਦਿੰਦੇ ਆ। ਇੱਕ ਮੁਸਲਮਾਨ ਵਿਦਵਾਨ ਕੀ ਲਿਖਦਾ ਹੈ, ਕਹਿੰਦਾ ਖੁਦਾ ਕੇ ਬੰਦੋं को देख कर खुदा से मुनकर होती है दुनिया। ਲਿਖਣਾ ਭੇਖੀਆਂ ਦੇ ਬਾਰੇ ਲਿਖਿਆ ਉਹਨੇ। ਕਿਸੇ ਨੂੰ ਮਾੜਾ ਨੀਵੇਂ ਕਹਿੰਦਾ, ਨਾ ਮਹਾਂਪੁਰਸ਼ਾਂ ਨੇ ਕਿਹਾ। ਪਰ ਜਿੱਥੇ ਸੱਚ ਹੈ ਉੱਥੇ ਮਹਾਂਪੁਰਸ਼ ਵੀ ਕਹਿੰਦੇ ਭਾਈ ਪੂਰੇ ਗੁਰੂ ਦੇ ਲੜ ਲੱਗੋ, ਉੱਥੇ ਪੂਰਾ ਸੱਚ ਹੈ। ਉਹ ਨਿੰਦਿਆ ਨਹੀਂ, ਉਹ ਨਿੰਦਿਆ ਨਹੀਂ, ਵਿਚਾਰ ਹੈ। ਕੀ ਲਿਖਦਾ ਉਹ? ਕਹਿੰਦਾ ਖੁਦਾ ਕੇ ਬੰਦੋਂ ਕੋ ਦੇਖ ਕਰ, ਜਿਹੜੇ ਕਹਿੰਦੇ ਐ ਸਾਨੂੰ ਰੱਬ ਮਿਲਿਆ, ਜਿਹੜੇ ਬਾਹਰੋਂ ਭੇਖ ਹੈ ਅੰਦਰੋਂ ਖਾਲੀ ਹਨ, ਕਹਿੰਦੇ ਉਹਨਾਂ ਨੂੰ ਦੇਖ ਕੇ ਕਈ ਲੋਕ ਜਿਹੜੇ ਨੇੜੇ ਲੱਗੇ ਕੀ ਬਣ ਗਿਆ। ਖੁਦਾ ਕੇ ਬੰਦੋਂ ਕੋ ਦੇਖ ਕਰ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ। ਕਹਿੰਦੇ ਰੱਬ ਹੈ ਹੀ ਨਹੀਂ। ਕਿਉਂ ਕਹਿੰਦੇ ਨੇ? ਉਹਨਾਂ ਨੂੰ ਪੂਰਾ ਨਹੀਂ ਮਿਲਿਆ। खुदा के बंदों को देख कर खुदा से मुनकर होती है दुनिया। क्यों होती है? कि जिस खुदा के बंदे ऐसे हैं वो खुदा कैसा होगा। ये बंदे एडे माड़े भेखी, ये रब दियां गल्लां करदे ने, कहते सानू रब मिल गया, बाहरों भेख है। ये ठगियां करते हैं, इन्हां दा खुदा किहो जिहा होएगा, रब किहो जिहा होएगा। पर प्यारे जिहड़े सच्चे ने ना, अंदरों बाहरों एक ने, आप मुक्त करे संसार। ਉਹਨੇ ਰੱਬ ਦੇ ਪਿਆਰੇ ਗੁਰਮੁਖ ਜਨ, ਮਹਾਂਪੁਰਸ਼ ਸੰਤ ਜਨ ਪਿਆਰੇ, ਉਹ ਵਿਰਲੇ ਹਨ ਪਿਆਰਿਓ। ਉਹਨਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਨੇ।
ਨਾਮ ਦੀ ਉਹ ਅਵਸਥਾ ਪ੍ਰਾਪਤ ਉਹਨਾਂ ਨੂੰ ਹੈ ਜਿਹਨੂੰ ਕਹਿੰਦੇ ਨਾਮ ਦੀ ਪ੍ਰਾਪਤੀ। ਤੇ ਫਿਰ ਜਿੱਧਰ ਦਿਖਦੇ ਆ ਗੁਰੈ ਦਿਖਾਇਓ ਲੋਏ ਨਾ, ਈਤੈ ਉਤੈ ਕੱਟ 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 ਤੂੰ ਹੀ ਮੋਹੇ ਨਾ। ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਗੁਰਾਂ ਨੇ ਮੇਰੇ ਓ ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਗੁਰਾਂ ਨੇ ਮੇਰੇ ਓ ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲ੍ਹਤੇ, ਗੁਰਾਂ ਨੇ ਮੇਰੇ ਓ ਨੈਣ ਖੋਲ੍ਹਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਗੁਰਾਂ ਨੇ ਮੇਰੇ ਓ ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਗੁਰਾਂ ਨੇ ਮੇਰੇ ਓ ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲ੍ਹਤੇ, ਗੁਰਾਂ ਨੇ ਮੇਰੇ ਓ ਨੈਣ ਖੋਲ੍ਹਤੇ, ਮੈਨੂੰ ਸਾਰੀਆਂ ਘਟਾਂ ਦੇ ਵਿੱਚ ਤੂੰ ਹੀ ਹੋ ਦਿਸਿਆ, ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਮੈਨੂੰ ਸਾਰੀਆਂ ਘਟਾਂ ਦੇ ਵਿੱਚ ਤੂੰ ਹੀ ਹੋ ਦਿਸਿਆ, ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਮੈਨੂੰ ਸਾਰੀਆਂ ਘਟਾਂ ਦੇ ਵਿੱਚ ਤੂੰ ਹੀ ਦਿਸਿਆ, ਨੈਣ ਖੋਲ੍ਹਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲ੍ਹਤੇ, ਗੁਰੈ ਦਿਖਾਇਓ ਲੋਏ ਨਾ, ਈਤੈ ਉਤੈ ਕੱਟ 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 ਤੂੰ ਹੀ ਮੋਇ ਨਾ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਊਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਇਹ ਅਵਸਥਾ ਹੈ ਉਹਨਾਂ ਦੀ, ਨਾਨਕ ਨਾਮ। ਤੇ ਜਦੋਂ ਨਾਮ ਦੀ ਪ੍ਰਾਪਤੀ ਹੋ ਗਈ, ਚੜ੍ਹਦੀ ਕਲਾ। ਦੇਖੋ ਉਹਨਾਂ ਦੀ ਚੜ੍ਹਦੀ ਕਲਾ ਹੈ ਪਿਆਰੇ, ਸਦਾ ਹੀ ਚੜ੍ਹਦੀ ਕਲਾ। ਤੇ ਉਹਨਾਂ ਦੇ ਅੰਦਰੋਂ ਫਿਰ ਅਰਦਾਸ ਕੀ ਨਿਕਲਦੀ ਹੈ, ਤੇਰੇ ਭਾਣੇ ਸਰਬੱਤ ਦਾ ਭਲਾ। ਦੇਖੋ ਸਰਬੱਤ ਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੰਡਾਏ, ਦੇਹੀ ਰੂਹ ਨ ਲੱਗੀ ਪੱਲੇ ਸਭ ਕੁਛ ਪਾਏ। ਜੇ ਆਪ ਜੀ ਦੇ ਉੱਤੇ ਬਰਸ਼ਿਆਂ ਦੇ ਵਾਰ ਹੋਏ ਯੂਪੀ, ਉਹਨਾਂ ਦਾ ਵੀ ਭਲਾ ਕੀਤਾ। ਇਹ ਤੋਂ ਵੱਧ ਗੱਲ ਹੋਰ ਕੀ ਹੈ? ਇੱਕ ਨਹੀਂ ਕਿੰਨੀਆਂ ਮਿਸਾਲਾਂ ਹਨ ਪਿਆਰੇ ਮਹਾਂਪੁਰਸ਼ਾਂ ਦੀਆਂ। ਦਾਸ ਨੇ ਸਵੇਰੇ ਬੇਨਤੀ ਕੀਤੀ ਸੀ ਕਿ 16 ਸਾਲ ਦੀ ਉਮਰ 'ਚ ਰਾੜਾ ਸਾਲਿਆਂ ਨਾਲ ਮਿਲਾਪ ਹੋਇਆ ਸੀ, ਤੇ ਰਾੜਾ ਸਾਲੇ ਮਹਾਂਪੁਰਸ਼ਾਂ ਨੇ ਕੀ ਵਚਨ ਕੀਤਾ ਸੀ, ਅੱਜ ਸੁਹਾਗਣ ਦਾ ਮਿਲਾਪ ਹੋਇਆ ਪਿਆਰੇ। ਤੇ ਆਪ ਜੀ ਜਿੱਥੇ ਵੀ ਗਏ ਉੱਥੇ ਹੀ ਨਾਮ ਜਪਿਆ ਤੇ ਜਪਾਇਆ ਆਪ ਜੀਆਂ ਨੇ। 29 ਮਈ 2001 ਨੂੰ ਇੰਗਲੈਂਡ ਆਪਣੇ ਰਾਜ ਜੀ ਤੇ ਉਹਨਾਂ ਦੇ ਚਾਚਾ ਜੀ, ਇਹ ਦੋ ਘਰ ਇਕੱਠੇ ਨੇ ਉਹਨਾਂ ਦੇ। ਇੱਕ ਪਾਸੇ ਜਥਾ ਰਹਿੰਦਾ ਸੀ, ਇੱਕ ਪਾਸੇ ਮਹਾਂਪੁਰਸ਼ ਰਹਿੰਦੇ ਪਏ, ਇਕੱਠੇ ਘਰ ਨੇ ਅੱਜ ਵੀ। ਉਹਨਾਂ ਦੇ ਨਾਲ ਵੀਰ ਮੱਖਣ ਸਿੰਘ ਜੀ, ਉਹਨਾਂ ਦੇ ਹੋਰ ਸਾਥੀ ਹਨ। ਤੇ ਹਰ ਸਾਲ ਅੱਖਾਂ ਦਾ ਕੈਂਪ ਫ੍ਰੀ ਉਹ ਲਾਉਂਦੇ ਆ, ਸਾਰੀ ਸੇਵਾ ਉਹ ਕਰਦੇ ਆ। ਬਹੁਤ ਪ੍ਰੇਮੀਆਂ ਦੀ ਸੇਵਾ ਹੈ, ਇੱਥੋਂ ਵਾਲਿਆਂ ਦੀ ਵੀ, ਬਾਹਰ ਫੋਰਨ ਵਾਲਿਆਂ ਦੀ ਵੀ। ਆ ਹੁਣੇ 10 ਤੋਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ ਕਿ USA ਦੇ ਡਾਕਟਰ ਸਾਹਿਬ ਪਿਛਲੇ ਸਾਲ ਆਏ ਸੀ, ਇਸ ਸਾਲ ਕਰੋਨਾ ਕਰਕੇ ਬਾਹਰ ਦੀਆਂ ਸੰਗਤਾਂ ਨਹੀਂ ਪਹੁੰਚ ਸਕੀ। ਪਰ ਭਾਵਨਾ ਅੰਦਰ ਉਸੇ ਤਰ੍ਹਾਂ ਹੀ ਹੈ ਕਿ ਮਹਾਂਪੁਰਸ਼ਾਂ ਵੱਲੋਂ ਚਲਾਇਆ ਹੋਇਆ ਜਿਹੜਾ ਆਤਮ ਮਾਰਗ ਹੈ, ਵੈਸੇ ਇਹਦੀ ਸੇਵਾ ਭੇਟਾ 300 ਰੁਪਇਆ ਸਾਲ ਦੀ ਹੈ। ਇੱਕ ਮੈਗਜ਼ੀਨ ਦੀ ਇੱਕ ਪੁਸਤਕ ਬਣ ਜਾਂਦੀ ਹੈ ਜਿਹੜੀ 300 ਰੁਪਏ ਦੀ ਆਏਗੀ, ਪਰ ਇਹ 12 ਮੈਗਜ਼ੀਨ ਪਹੁੰਚਣੇ। ਪਰ ਉਹਨਾਂ ਦੇ ਅੰਦਰ ਇਹ ਹੈ ਵੀ ਉਹ ਫ੍ਰੀ ਵੀ ਕਰ ਸਕਦੇ ਆ। ਧਿਆਨ ਦੇਣਾ, ਜੇ ਉਹ ਕਹਿੰਦੇ ਆ ਵੀ 100 ਰੁਪਏ 'ਚ ਦਿਓ 300 ਦੀ ਬਜਾਏ, ਤੇ ਉਹ 100 ਵੀ ਦੇ ਸਕਦੇ। ਪਰ ਇਹ ਹੈ ਵੀ ਇੱਥੋਂ ਫੜ ਕੇ ਉੱਥੇ ਸੁੱਟ ਦੇਣਾ। ਕਮ ਸੇ ਕਮ ਚਲੋ ਉਹ ਉਹਨਾਂ ਦੇ ਅੰਦਰ ਭਾਵਨਾ ਹੈ ਵੀ ਜਿੰਨੇ ਵੀ ਇਹਦੇ ਮੈਂਬਰ ਸਾਲਾਨਾ ਬਣਨ ਵੀ 200 ਰੁਪਇਆ ਉਹ ਸੇਵਾ ਕਰਨਗੇ ਆਪਣੀ ਕਮਾਈ 'ਚੋਂ, ਤੇ 100 ਰੁਪਇਆ ਦੇ ਕੇ ਭਾਈ ਤੁਸੀਂ ਇਹ ਲਓ।
ਵੱਡੀ ਸੇਵਾ ਉਹਨਾਂ ਦੇ ਅੰਦਰ, ਕਿਉਂਕਿ ਮਹਾਂਪੁਰਸ਼ਾਂ ਨੇ ਇਹ ਕੋਈ ਪ੍ਰੋਫਿਟ ਵਾਸਤੇ ਨਹੀਂ, ਇਹ ਹੈ ਵੀ ਪ੍ਰਚਾਰ ਹੋਵੇ। ਵੀਡੀਓ ਕੈਸਟਾਂ ਹਨ, ਸੀਡੀਆਂ ਹਨ, 45-50 ਪੁਸਤਕਾਂ ਹਨ। ਇਸ਼ਾਰਾ ਹੈ ਕਿ ਇਹ ਜਿਹੜਾ ਸਤਿਗੁਰ ਦੀ ਬਾਣੀ ਦਾ ਸੰਦੇਸ਼ ਹੈ, ਸੱਚ ਦਾ ਪ੍ਰਚਾਰ ਹੈ ਨਾ, ਇਹ ਘਰ ਘਰ ਸੰਦੇਸ਼ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਧ ਸੰਗਤ ਦੀ ਪਹੁੰਚ ਆਪ। ਤੇ ਮੈਂ ਬੇਨਤੀ ਕਰ ਰਿਹਾ ਸੀ, ਰਾਜ ਜੀ ਤੇ ਉਹਨਾਂ ਦੇ ਚਾਚਾ ਜੀ ਦੇ ਘਰ ਇਕੱਠੇ ਨੇ, ਤੇ ਮਹਾਂਪੁਰਸ਼ ਦਾਸ ਨੂੰ ਤੇ ਸਿੰਘਾਂ ਨੂੰ ਕਹਿੰਦੇ ਕਿ ਤੁਸੀਂ ਜਾਓ USA ਕੈਨੇਡਾ। ਮੈਂ ਬੇਨਤੀ ਕੀਤੀ ਅਸੀਂ ਵੀ ਆਪ ਜੀ ਦੇ ਨਾਲ ਵਾਪਸ ਜਾਂਦੇ, ਕਹਿੰਦੇ ਨਹੀਂ ਤੁਸੀਂ ਜਾਓ। ਤੇ ਆਪ ਜੀ ਦਾ ਬਚਨ ਜਿਹੜਾ ਹੈ ਕਿ ਅਸੀਂ ਸਰੀਰ ਇੰਡੀਆ ਛੱਡਣਾ, ਭਾਰਤ ਵਿੱਚ ਛੱਡਣਾ। ਦੇਖੋ ਉਹ ਬਚਨ ਪੂਰਾ ਕੀਤਾ, ਕਹਿੰਦੇ ਸੀ ਇੰਡੀਆ ਸਰੀਰ ਛੱਡਣਾ। ਤੇ 29 ਮਈ ਨੂੰ ਜਥਾ ਗਿਆ ਸੀ, ਆਪ ਜੀ ਫਿਰ ਵਾਪਸ ਆ ਗਏ ਸਨ। ਤੇ ਸਮਾਂ ਚੱਲਦਾ ਗਿਆ ਤੇ ਆਪ ਜੀ ਕੁਝ ਸਮਾਂ PGI, ਉਹ ਵੀ ਹੁਕਮ ਦੀ ਖੇਡ ਹੈ ਪਿਆਰਿਓ, ਕਈਆਂ ਦਾ ਜੀਵਨ ਉੱਥੇ ਬਦਲਿਆ। ਉਹ ਸਮਾਂ 31 ਅਕਤੂਬਰ ਦਾ ਆ ਗਿਆ। ਜਿਸ ਵੇਲੇ 31 ਅਕਤੂਬਰ ਦਾ ਸਮਾਂ ਆਇਆ ਨਾ, ਤੇ ਕਾਫੀ ਉੱਥੇ ਸਿੰਘ ਕੋਲ ਤਾਂ ਥੋੜ੍ਹੇ ਸਨਾਜ ਵਾਲੇ, ਹੋਰ ਥੋੜ੍ਹੇ ਅੱਗੇ ਸਹਿਜ ਬਾਕੀ ਆ ਚਾਏ ਨੇ। ਤੇ ਆਪ ਜੀਆਂ ਨੇ ਕਰੀਬ ਸਵੇਰੇ ਇਹ ਬਚਨ ਕੀਤਾ ਕਿ ਡਾਕਟਰਾਂ ਦਾ ਕੋਈ ਕੰਮ ਨਹੀਂ। ਸੁਣੋ, ਵੈਸੇ ਤਾਂ ਪਹਿਲਾਂ ਵੀ ਇਸ਼ਾਰੇ ਕਰਦੇ ਰਹੇ ਆਪ ਜੀ ਨੇ, ਸਾਰੇ ਬਚਨ ਸਾਰੇ ਇਸ਼ਾਰੇ ਸਭ ਪਹਿਲਾਂ ਕਰ ਦਿੱਤੇ ਸੀਗੇ, ਕੋਈ ਓਲਾ ਨਹੀਂ ਰਹਿਣ ਦਿੱਤਾ। ਤੇ ਉਸ ਦਿਨ ਫਿਰ ਆਪ ਜੀ ਨੇ ਪਹਿਲਾਂ ਕੋਈ ਡਾਕਟਰਾਂ ਦਾ ਹੁਣ ਕੋਈ ਕੰਮ ਨਹੀਂ। ਫਿਰ ਡਾਕਟਰਾਂ ਦਾ ਕੰਮ ਹੁੰਦਾ ਆਪਣੀ ਡਿਊਟੀ ਕਰਨੀ ਹੈ। 9:15 ਵਜੇ ਪ੍ਰਬੰਧ ਦੇ ਬਚਨ ਕੀਤੇ ਆਪ ਜੀਆਂ ਨੇ। ਫਿਰ ਆਪ ਜੀਆਂ ਨੇ ਬਚਨ ਕੀਤਾ, ਦਾਸ ਕੋਲ ਸੀ, ਕਹਿੰਦੇ ਥੋੜੀ ਦੇਰ ਨੂੰ ਕਹੋਗੇ ਬਾਬਾ ਬੋਲਤੇ ਥੇ ਕਹਾਂ ਗਏ। ਇਹ ਬਾਣੀ ਦਾ ਬਚਨ ਹੈ ਸਾਸ। ਕਹਿੰਦੇ ਥੋੜੀ ਦੇਰ ਨੂੰ ਤੁਸੀਂ ਕਹਿਣਾ ਬਾਬਾ ਬੋਲਤੇ ਥੇ ਕਹਾਂ ਗਏ। 10 ਵਜੇ ਦੇ ਕਰੀਬ ਸਮਾਂ ਸੀ। ਮਹਾਂਪੁਰਸ਼ਾਂ ਦੀ ਛੋਟੀ ਬੇਟੀ ਭੈਣ ਰੂਪੀ ਜੀ, ਵੱਡੀ ਭੈਣ ਬਲਦੇਵ ਜੀ, ਉਹ ਕਈ ਦਿਨਾਂ ਤੋਂ ਪਹਿਲਾਂ ਆਏ ਹੋਏ ਸਨ ਤੇ ਕਰੀਬ ਹਰ ਸਮਾਗਮ 'ਤੇ ਆਉਂਦੇ ਹੈ। ਇਸ ਵਾਰ ਨਹੀਂ ਆ ਸਕੇ ਭਾਜੀ ਮਨਜੀਤ ਸਿੰਘ ਵੀ, ਭੈਣ ਜੀ ਵੀ, ਲੇਕਿਨ ਅੰਦਰੋਂ ਤੇ ਸੁਰਤ ਉਹਨਾਂ ਦੀ ਇੱਥੇ ਹੀ ਹੈ, ਕਿਉਂਕਿ ਖਿੱਚ ਹੈ, ਸੰਗਤ ਅੰਦਰ ਸਤਿਕਾਰ ਹੈ ਉਹਨਾਂ ਦਾ। ਤੇ ਮਹਾਂਪੁਰਸ਼ਾਂ ਦੇ ਦੋਵੇਂ ਬੇਟੀਆਂ, ਵੱਡੀ ਭੈਣ ਬਲਦੇਵ ਜੀ ਤੇ ਛੋਟੀ ਭੈਣ ਰੂਪੀ ਜੀ ਉੱਥੇ ਸਨ। ਤੇ ਮਹਾਂਪੁਰਸ਼ਾਂ ਨੇ ਉੱਥੇ ਬਚਨ ਕੀਤੇ ਪ੍ਰਬੰਧ ਦੇ। ਉਸ ਤੋਂ ਬਾਅਦ ਕੁਛ ਦੇਰ ਬਾਅਦ ਆਪ ਜੀਆਂ ਨੇ ਇਹ ਸ਼ਬਦ ਪੜ੍ਹਿਆ, ਗਾ ਕੇ ਪੜ੍ਹਿਆ ਪਿਆਰਿਓ। ਉਹ ਸਾਡੇ ਵਾਸਤੇ ਹੈ। ਉਹ ਕਿਹੜਾ ਸ਼ਬਦ ਸੀ? ਆਹ ਸ਼ਬਦ ਮਹਾਂਪੁਰਸ਼ਾਂ ਨੇ ਪੜ੍ਹਿਆ। ਉਹ ਪੈ ਜੂ ਚਿੰਤਾ ਜਾਲ, ਇੱਕ ਦਿਨ ਪੈ ਜੂ, ਇੱਕ ਦਿਨ ਪੈ ਜੂ, ਪੈ ਜੂ ਚਿੰਤਾ ਜਾਲ, ਇੱਕ ਦਿਨ ਪੈ ਜੂ, ਇੱਕ ਦਿਨ ਪੈ ਜੂ। ਉਹ ਪੈ ਜੂ ਚਿੰਤਾ ਜਾਲ, ਇੱਕ ਦਿਨ ਪੈ ਜੂ, ਇੱਕ ਦਿਨ ਪੈ ਜੂ, ਚਿੰਤਾ ਜਾਲ, ਇੱਕ ਦਿਨ ਪੈ ਜੂ, ਇੱਕ ਦਿਨ ਪੈ ਜੂ। ਚਿੰਤਾ ਜਾਲ, ਇੱਕ ਦਿਨ
ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਓ ਇੱਕ ਦਿਨ ਪੈ ਜਾਓ ਮਛਲੀ ਜਾਲ ਨਾ ਜਾਣਿਆ ਮਛਲੀ ਜਾਲ ਨਾ ਜਾਣਿਆ ਸਰਗ ਖਾਰਾ ਸਗਾਹ ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਤੇ ਇਹ ਤਾਰਨਾ ਪੜੀ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜੂ ਇੱਕ ਦਿਨ ਪੈ ਜੂ ਤੇ ਫਿਰ 3 ਵਾਰ ਆਪ ਜੀ ਨੇ ਉੱਚੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਸਾਡੇ ਵਾਸਤੇ ਹੈ। ਰਾੜਾ ਸਾਡੇ ਮਹਾਂਪੁਰਸ਼ਾਂ ਦਾ ਬਚਨ ਹੈ, ਪ੍ਰੇਮੀਓ 2 ਗੱਲਾਂ ਭੁਲਾਓ 2 ਯਾਦ ਰੱਖੋ। ਕਿਸੇ ਨਾਲ ਨੇਕੀ ਕਰਕੇ ਭੁੱਲ ਜਾਓ, ਕਿਸੇ ਨੇ ਆਪਣੇ ਨਾਲ ਮਾੜਾ ਕੀਤਾ ਤੇ ਬਦਲੇ ਦੀ ਭਾਵਨਾ ਨਾ ਰੱਖੋ। ਤੇ ਯਾਦ ਰੱਖਣ ਵਾਲੀਆਂ ਇੱਕ ਮੌਤ ਇੱਕ ਵਾਹਿਗੁਰੂ ਤੇ ਆਖਰੀ ਸਮੇਂ ਵੀ ਮਹਾਂਪੁਰਸ਼ਾਂ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਪਿਆਰਿਓ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜਾਊ ਤੇ ਫਿਰ ਸਤਨਾਮ ਵਾਹਿਗੁਰੂ 3 ਵਾਰ ਕਿਹਾ। ਸਾਰਿਆਂ ਨੇ ਚੌਪਈ ਸਾਹਿਬ ਦਾ ਪਾਠ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ ਦਾਸ ਨੇ ਮਹਾਂਪੁਰਸ਼ਾਂ ਦੇ ਕੋਲ ਸੁਖਮਨੀ ਸਾਹਿਬ ਸ਼ੁਰੂ ਕਰ ਲਿਆ ਤੇ ਜਿੰਨੇ ਆਲੇ ਦੁਆਲੇ ਸਨ, ਕਿਉਂਕਿ ਮੈਂ ਨਾਂ ਲੈ ਲਵਾਂ ਕਿਸੇ ਦਾ ਰਹਿ ਜਾਏਗਾ। ਸਭ ਦੇ ਅੰਦਰ ਪਿਆਰ ਸ਼ਰਧਾ ਹੈ, ਵਿਰਾਗ ਹੈ ਤੇ ਉਹ ਦੇਖ ਕੇ ਵੀ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਕਿਉਂਕਿ ਜਿਸ ਤਰ੍ਹਾਂ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣੇ। ਜਦੋਂ ਰਾੜਾ ਸਾਲੇ ਮਹਾਂਪੁਰਸ਼ਾਂ ਨੇ ਸਿਰ ਛੱਡਿਆ ਨਾ, 1 ਸਾਲ ਇਹਦੇ ਵਿਰਾਗ ਦੇ ਦੀਵਾਨ ਮਹਾਂਪੁਰਸ਼ਾਂ ਨੇ ਲਾਏ ਤੇ ਹਰ ਦੀਵਾਨ 'ਚ ਨੇਤਰਾਂ 'ਚੋਂ ਹੰਝੂ ਤੇ ਖਿਆਲ ਆਉਣਾ ਵੀ ਮਹਾਂਪੁਰਸ਼ ਪੂਰਨ ਨੇ, ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ ਤੇ ਇਹਨਾਂ ਵਿਰਾਗ ਕਿਉਂ। ਪਰ ਜਦੋਂ ਆਪਣੇ ਨੂੰ ਵਰਤਦੀ ਫਿਰ ਪਤਾ ਲੱਗਦਾ, ਉੱਥੇ ਗਿਆਨ ਸਿੱਥੜ ਪੈ ਜਾਂਦਾ। ਪਿਆਰਿਆ ਗਿਆਨ ਸਿੱਥੜ ਪੈ ਜਾਂਦਾ। ਉਹ ਸਮਾਂ ਜਿਹੜੇ ਕੋਲ ਸਨ ਦੇਖ ਰਹੇ ਸਨ ਕਿਸ ਤਰ੍ਹਾਂ ਦਾ ਆ ਰਿਹਾ ਹੈਗਾ ਤੇ ਆਪ ਜੀ ਸਹਿਜ ਸਹਿਜ ਆਪਣੇ ਹੱਥ ਗੋਡਿਆਂ ਉੱਤੇ ਰੱਖੇ ਸਨ ਤੇ ਸਹਿਜ ਸਹਿਜ ਨੇਤਰ ਬੰਦ ਕਰ ਲਏ ਤੇ ਫਿਰ ਪਿਆਰਿਓ 5 ਪੁੱਤ ਸਰੀਰ ਦਾ ਕਿਵੇਂ ਤਿਆਗ ਕੀਤਾ ਉਸ ਵੇਲੇ ਉਹਨਾਂ ਨੇ। ਜਦੋਂ ਕਰੀਬ 20 ਅਸ਼ਟਪਦੀਆਂ ਪੂਰੀਆਂ ਹੋ ਗਈਆਂ, 21ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਸੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਸ ਵੇਲੇ ਆਪ ਜੀਆਂ ਨੇ ਪਾਣਾ ਵਰਤਾ ਦਿੱਤਾ। ਉਹ ਜਿਵੇਂ ਮਿਲਦਾ ਪਾਣੀ ਦੇ ਵਿੱਚ ਪਾਣੀ, ਜੋਤ ਵਿੱਚ ਜੋਤ ਮਿਲ ਗਈ। ਜਿਵੇਂ ਮਿਲਦਾ ਪਾਣੀ ਦੇ ਵਿੱਚ ਪਾਣੀ, ਜੋਤ ਵਿੱਚ ਜੋਤ ਮਿਲ ਗਈ। ਪਾਣੀ ਦੇ ਵਿੱਚ ਪਾਣੀ, ਜੋਤ ਵਿੱਚ ਜੋਤ ਮਿਲ ਗਈ। ਜਿਵੇਂ ਨੀਲ ਦੇ ਪਾਣੀ ਦੇ ਵਿੱਚ
ਜੋਤ ਵਿੱਚ ਜੋਤ ਨਿਕਲੇ ਜਿਵੇਂ ਮਿਲਦਾ ਪਾਣੀ ਦੇ ਵਿੱਚ ਪਾਣੀ ਦੀ ਜੋਤ ਵਿੱਚ ਜੋਤ ਨਿਕਲੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰ ਜੋਤ ਸਮਾਇਆ ਮਿਟ ਗਏ ਗਮਨ ਪਾਏ ਵਿਸ਼ਰਾਮ ਨਾਨਕ ਪ੍ਰਭੂ ਸਤਿਗੁਰ ਉਹ ਸਰੀਰ ਵਿੱਚ ਰਹਿੰਦਿਆਂ ਹੀ ਉਸ ਅਵਸਥਾ ਦੇ ਮਾਲਕ ਹੁੰਦੇ ਨੇ, ਪਰ ਅਸੀਂ ਥੋੜਾ ਉਹਨੂੰ ਸਰਲ ਕਰਨ ਵਾਸਤੇ ਸੁਣਦੇ ਪੜ੍ਹਦੇ ਹਾਂ, ਉੱਤੇ ਪਹਿਲਾਂ ਹੀ ਅਭੇਦ ਹੁੰਦੇ ਸਾਧ ਸੰਗਤ ਜੀ। ਇਹ ਨਹੀਂ ਵੀ ਸੀ ਛੱਡ ਕੇ ਉਹ ਮੁਕਤ ਹੋਏ, ਉਹ ਤੇ ਪਹਿਲਾਂ ਹੀ ਸਦਾ ਮੁਕਤ ਨੇ ਪਿਆਰਿਓ। ਰਾੜਾ ਸਾਹਿਬ ਆਪਣੇ ਮਹਾਂਪੁਰਸ਼ ਰਤਵਾੜਾ ਸਾਹਿਬ ਵਾਲੇ 26 ਅਗਸਤ ਬੈਠੇ ਨੇ ਤੇ ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਹੈ, ਹੋਰ ਕੋਈ ਸੰਤ ਬੈਠੇ, ਧਿਆਨ ਦਿਓ, ਕਿਉਂਕਿ 24, 25, 26 ਅਗਸਤ ਨੂੰ ਸਾਲਾਨਾ ਯਾਦ ਰਾੜਾ ਸਾਹਿਬ ਦੀ ਮਨਾਈ ਜਾਂਦੀ ਹੈ। ਤੇ ਆਪ ਜੀ ਇੱਥੋਂ 26 ਨੂੰ ਜਾਇਆ ਕਰਦੇ, ਯੂਪੀ ਦੀ ਬਹੁਤ ਸਾਰੀ ਸੰਗਤ, ਉਦੋਂ ਆ ਰਤਵਾੜਾ ਸਾਹਿਬ ਦਾ ਸਥਾਨ ਜਿਹੜਾ ਹੈ ਇਹਦੀ ਸੇਵਾ ਆਰੰਭ ਨਹੀਂ ਸੀ ਹੋਈ ਪਹਿਲਾਂ, ਕਿਉਂਕਿ ਯੂਪੀ ਤੋਂ ਸੰਗਤ ਪਹਿਲਾਂ ਹੀ ਆਇਆ ਕਰਦੀ ਸੀ ਉੱਥੇ, ਤੇ ਉੱਥੇ ਚਲੇ ਜਾਣਾ, ਉੱਥੇ ਬਹੁਤ ਸਾਰੀ ਸੰਗਤ ਨੇ ਮਿਲ ਲੈਣਾ। ਤੇ ਇੱਕ ਕਮਰੇ 'ਚ ਬੈਠੇ ਸੰਤ ਗਿਆਨੀ ਮੋਹਨ ਸਿੰਘ ਜੀ ਤੇ ਆਪਣੇ ਮਹਾਂਪੁਰਸ਼ ਦੇ ਹੋਰ ਸੰਤ, ਦੇਖੋ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਦੇ ਥੋੜ੍ਹੇ ਬਚਨ ਵਿੱਚ ਵੀ ਅਨੁਭਵ ਹੁੰਦਾ, ਬਹੁਤ ਕੁਛ ਹੁੰਦਾ ਥੋੜ੍ਹੇ ਬਚਨ ਵਿੱਚ ਵੀ, ਬਹੁਤ ਘੰਟਿਆਂ ਬੱਧੀ ਬੋਲਣ ਉਹ 'ਚ ਵੀ ਬੜੇ ਬਚਨ, ਥੋੜ੍ਹੇ ਬਚਨ ਵਿੱਚ ਵੀ ਬੜਾ ਕੁਛ ਹੈ। ਜਿਵੇਂ ਆਪ ਜੀ ਦਾ ਬਚਨ ਹੈ ਕਿ ਜਿਹੜਾ ਪੂਰੇ ਮੁਰਸ਼ਿਦ ਦੀ ਮਾਰ ਝੱਲ ਲਵੇ ਉਹਨੂੰ ਕੋਈ ਮਾਰ ਨਹੀਂ ਪੈਂਦੀ, ਮਹਾਂਪੁਰਸ਼ ਦਾ ਬਚਨ। ਇਹਦਾ ਮਤਲਬ ਕੀ ਹੈ? ਸਮਰੱਥ ਗੁਰੂ ਜਿਸ ਚੀਜ਼ ਨੂੰ ਮਾਰ ਪੈਂਦੀ ਹੈ, ਸਮਰੱਥ ਮੁਰਸ਼ਿਦ ਜਿਸ ਚੀਜ਼ ਨੂੰ ਮਾਰ ਪੈਂਦੀ ਹੈ ਉਹਨੂੰ ਰਹਿਣ ਹੀ ਨਹੀਂ ਦਿੰਦੇ। ਮਾਰ ਪੈਂਦੀ ਹੈ ਹਉਮੈ ਨੂੰ, ਮੈਂ ਮੇਰੀ ਨੂੰ, ਜੀਵ ਭਾਅ ਨੂੰ, ਤੇ ਸਮਰੱਥ ਗੁਰੂ ਕਿਰਪਾ ਕਰਕੇ ਨਾ ਹਉਮੈ ਦਾ ਪੂਰਨ ਨਾਸ਼ ਕਰ ਦਿੰਦਾ, ਫੇਰ ਹੀ ਪ੍ਰਾਪਤੀ ਹੁੰਦੀ ਨਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਉੱਥੇ ਤਾਂ ਮੈਂ ਹੈ ਹੀ ਨਹੀਂ, ਉੱਥੇ ਤੂੰ ਹੀ ਤੂੰ ਹੈ, ਤੇ ਮਾਰ ਕਿਹਨੂੰ ਪੈਣੀ ਹੈ? ਹੁੰਦਾ ਫੜੀ ਨਾਨਕ ਜਾਣ ਨਾ ਹੋ ਨਾ ਮੈਂ ਜੋਨੀ ਪਾਣ। ਕਹਿੰਦੇ ਜਿਹੜਾ ਸਮਰੱਥ ਗੁਰੂ ਦੀ ਮਾਰ ਚੱਲ ਲਵੇ, ਮੁਰਸ਼ਿਦ ਦੀ ਮਾਰ ਚੱਲ ਲਵੇ, ਉਹਨੂੰ ਕੋਈ ਮਾਰ ਨਹੀਂ ਪੈਂਦੀ। ਕਿਉਂ? ਕਿ ਜਿਹਨੂੰ ਮਾਰ ਪੈਂਦੀ ਹੈ ਉਹ ਚੀਜ਼ ਖਤਮ ਹੋ ਜਾਂਦੀ ਹੈ। ਪੈਣੀ ਕਿਹਨੂੰ ਹੈ? ਜਿਉਂ केले के पात में पात, पात में पात, त्यों संतन की बात में बात, बात में बात। केले के पत्ते लाई जो विचों की निकलता खाली हो गया। प्यारे हो, हुण आ स्थूल शरीर है, सूक्ष्म शरीर है, कारण शरीर है, आत्मा तिना शरीर तो परे है, आत्मा सारे परिपूर्ण है। शरीर का मूल मन है, मन का मूल आत्मा है, आत्मा का मूल परमात्मा है। तो हुण उस अवस्था के मालक ने महापुरुष ते उत्थे बचन की कर रहे हैं कि जिन्हां जीवां दी परा लब्ध जागदी है उस वेले महापुरुष आउंदे ने भी किहड़े किहड़े जीवां ने मिलना है ते इन्हां दे राहीं जुड़ना ते भला होना है। उन्हां नूं कोई फुरना नहीं, वो तो वाहिगुरू दे घल्ले आउंदे साध बिठाए आप हर। कहते जदों जीवां दी परा लब्ध जागदी है तो फिर ऐसे महापुरुष आउंदे है, ते जदों वो पूरी हो जाती है वो पहला ही बारी विवेक ने शरीर नूं अलोप कर लेंदे पाई। ये बचन अपने महापुरुष संत ज्ञानी मोहन सिंह जी ते होर 3-4 महापुरुष बैठे सन, उत्थे बचन ये हो रहे सन। प्यारे बचन हो रहे। बेनती कर तो भाव साडे भाग चंगे। पहला ये कि सानू इस 84 लाख जून उत्तम जन्म मनुख जन्म मिले।
ਉਸ ਤੋਂ ਵੱਡੇ ਭਾਗ ਸਾਡੇ ਚੰਗੇ, ਸਾਨੂੰ ਮਨੁੱਖ ਜਨਮ ਵਿੱਚ ਸਤ ਸੰਗਤ ਦੀ ਪ੍ਰਾਪਤੀ ਹੋ ਗਈ। ਤੇ ਸਾਡੇ ਵੱਡੇ ਭਾਗ ਸਾਨੂੰ ਐਸੇ ਮਹਾਂਪੁਰਸ਼ ਮਿਲ ਗਏ ਪਿਆਰਿਓ, ਐਸੇ ਕਮਾਈ ਵਾਲੇ, ਐਸੇ ਅਨੁਭਵੀ ਮਹਾਂਪੁਰਸ਼ ਪਿਆਰੇ। ਇਹ ਉਹਦੀ ਕਿਰਪਾ ਹੈ ਮਾਲਕ ਦੀ, ਸਾਡੇ ਵਾਸਤੇ ਨਹੀਂ। ਕੁਦਰਤ ਮਿਲਾਪ ਕਰਾਉਂਦੀ ਹੈ, ਮਹਾਂਪੁਰਸ਼ਾਂ ਦਾ ਵਚਨ ਹੈ ਪਿਆਰਿਓ। ਸਮਾਂ ਆਉਂਦਾ ਤੇ ਕੁਦਰਤ ਮਿਲਾਪ ਕਰਾਉਂਦੀ ਹੈ ਪਿਆਰਿਓ। ਤੇ ਇਹ ਸਾਡੇ ਵੱਡੇ ਭਾਗ ਹਨ। ਤੇ ਸਾਡੇ ਇੰਨੇ ਵੱਡੇ ਭਾਗ ਕਿ ਸਾਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ, ਜੁਗੋ ਜੁਗ ਅਟਲ ਸਤਿਗੁਰੂ। ਸਾਡੇ ਵੱਡੇ ਭਾਗ ਸਭ ਦੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਮਾਤਾ ਸਾਹਿਬ ਕੌਰ ਜੀ ਹਨ। ਤੇ ਆਪਾਂ ਹੁਣ ਕੀ ਕਰੀਏ? ਅਰਦਾਸ ਕਰੀਏ ਕਿ ਰਹਿੰਦੇ ਸਵਾਸ ਸਾਡੇ ਲੇਖ ਵਿੱਚ ਲੱਗ ਜਾਣ ਪਿਆਰਿਓ। ਉਹਨਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਰਹੇ ਹਾਂ। ਸੰਤੋ ਸਾਗਰ ਪਾਰ ਉਤਰੀਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਧਰੀਏ। ਤੇ ਉਹਨਾਂ ਮਹਾਂਪੁਰਸ਼ਾਂ ਨੇ ਵਾਹਿਗੁਰੂ ਚ ਅਭੇਦ ਔਰ ਆਪ ਜੁੜੇ, ਵਿਛੜੇ ਰੂਹਾਂ ਨੂੰ ਜੋੜਿਆ, ਆਪ ਮੁਕਤ ਕਰੈ ਸੰਸਾਰ। ਐਸੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਸਾਰੇ ਆਪਾਂ ਨਮਸਕਾਰ ਕਰੀਏ। ਉਹ ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ, ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ, ਆਪ ਤਰੇ ਜਗ ਤਾਰਿਆ। ਜੋੜਿਆ, ਆਪ ਤਰੇ ਜਗ ਤਾਰਿਆ। ਗੁਰ ਸ਼ਬਦ ਨਾਲ ਜੁੜੇ ਜੋੜਿਆ, ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ, ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ, ਆਪ ਤਰੇ ਜਗ ਤਾਰਿਆ। ਮੇਰੇ ਪਿਆਰੇ ਆਪ ਤਰੇ ਜਗ ਤਾਰਿਆ। ਵਾਹ 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 ਜੀ, ਆਪ ਤਰੇ ਜਗ ਤਾਰਿਆ। ਪਿਆਰੇ ਆਪ ਤਰੇ ਜਗ ਤਾਰਿਆ। ਵਾਹ ਵਾਹ ਆਪ ਤਰੇ ਜਗ ਤਾਰਿਆ। ਮੇਰੇ ਪਿਆਰੇ ਆਪ ਤਰੇ ਜਗ ਤਾਰਿਆ। ਵਾਹ 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 ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ ਜੀ, ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ ਜੀ, ਆਪ ਤਰੇ ਜਗ ਤਾਰਿਆ। ਗੁਰੂ ਸ਼ਬਦ ਨਾਲ ਜੁੜੇ ਅਤੇ ਜੋੜਿਆ ਜੀ। ਆਪ ਤਰੇ ਜਗ ਤਾਰਿਆ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰ ਹੈ ਰਹਿ ਨਿਆਰੇ। ਆਪ ਤਰੈ ਸੰਗਤ ਕੁਲ ਤਾਰੈ, ਤਿਨ ਸਫਲ ਜਨਮ ਜਗ ਆਇਆ। ਆਓ ਸਾਧ ਸੰਗਤ, ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨਾ ਹੈ। ਹੁਣ ਗੁਰਸਤੋਤਰ, ਫਿਰ ਅਰਦਾਸ, ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵਣ ਕਰੋਗੇ। ਸਾਰਾ ਪ੍ਰੋਗਰਾਮ ਆਪ ਜੀ ਨੂੰ ਰਾਤ ਦਾ ਵੀ ਦੱਸਿਆ ਜਾਏਗਾ। ਸ਼ਾਮ ਰਹਿ ਰਾਸ ਤੋਂ ਬਾਅਦ ਕਰੀਬ 10:15 10:30 ਵਜੇ ਤੱਕ ਪ੍ਰੋਗਰਾਮ ਚੱਲਣਗੇ। ਕਈਆਂ ਮਹਾਂਪੁਰਸ਼ਾਂ ਨੇ, ਜਥਿਆਂ ਨੇ ਆਉਣਾ। ਸਾਰਾ ਪ੍ਰੋਗਰਾਮ ਸਰਵਣ ਕਰੋ। ਤੇ ਅੱਜ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਸੀ, ਵੈਸੇ 1 ਤਰੀਕ ਨੂੰ ਸਿੰਘ ਸਾਹਿਬ ਭਾਈ ਸਾਹਿਬ ਰਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਸੀ। ਉਹਨਾਂ ਨੇ ਕੱਲ੍ਹ ਨੂੰ ਕਿਤੇ ਪਹਿਲਾ ਪ੍ਰੋਗਰਾਮ ਦਿੱਤਾ ਸੀ, ਫਿਰ ਕਹਿੰਦੇ ਅਸੀਂ ਅੱਜ ਆਉਂਦੇ ਹਾਂ। ਇਸੇ ਤਰ੍ਹਾਂ ਬਾਬਾ ਗੁਰਦੇਵ ਸਿੰਘ ਜੀ ਦਾ ਵੀ ਪਹਿਲੀ ਦਾ ਲਿਖਿਆ ਸੀ, ਕਹਿੰਦੇ ਨੇ 31 ਨੂੰ ਦਰਸ਼ਨ ਕਰਾਂਗੇ। ਉਹ ਫਿਰ ਇਸ ਕਰਕੇ ਟਾਈਮ ਜਿਹੜੇ ਆ ਘੱਟ ਵੱਧ ਜਿਹੜੇ ਹੋ ਜਾਂਦੇ ਆ, ਕਿਉਂਕਿ ਸਾਰਿਆਂ ਦੀ ਵਿਚਾਰ ਕਰਨੀ ਪੈਂਦੀ ਹੈ, ਜਿਵੇਂ ਜਿਵੇਂ ਕਿ ਕੋਈ ਸਮਾਂ ਹੈ। ਇਸ ਕਰਕੇ ਉਹਦੀ ਵੀ ਅਸੀਂ ਖਿਮਾ ਮੰਗਦੇ ਹਾਂ। ਕੱਲ੍ਹ ਨੂੰ ਫਿਰ ਅੰਮ੍ਰਿਤ ਵੇਲੇ ਸਿਮਰਨ, ਨਿਤਨੇਮ, ਫਿਰ ਆਸਾ ਦੀ ਵਾਰ,
ਇੱਥੇ ਬਾਹਰ ਸਟੇਜ 'ਤੇ ਹਰਿਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਰਾਗੀ ਜਥਾ ਕਰੀਬ ਹਰ ਸਾਲ ਆਉਂਦੇ ਆ ਅਤੇ ਆਸਾ ਦੀ ਵਾਰ ਦਾ ਕੀਰਤਨ ਉਹਨਾਂ ਵੱਲੋਂ ਹੋਏਗਾ। ਫਿਰ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਾ। ਇਸ ਵੇਲੇ ਤੱਕ ਸਾਧ ਸੰਗਤ ਜੀ ਉਹ ਪੜ੍ਹ ਕੇ ਸੁਣਾਇਆ ਜਾਏਗਾ ਜਿਹੜੇ ਜਿਹੜੇ ਮਹਾਂਪੁਰਸ਼ ਕੱਲ੍ਹ ਨੂੰ ਜਥੇ ਆ ਰਹੇ ਨੇ। ਫਿਰ ਕੱਲ੍ਹ ਰਾਤ ਦਾ ਪ੍ਰੋਗਰਾਮ ਹੈ ਅਤੇ ਉਹ 11:30 ਵਜੇ ਕੱਲ੍ਹ ਰਾਤ ਨੂੰ ਸੰਪੂਰਨਤਾ ਹੋਣੀ ਹੈ, ਕਿਉਂਕਿ ਸਤਿਕਾਰਯੋਗ ਵੀ ਜੀ ਉਹਨਾਂ ਦੀ ਮਿੱਠੀ ਨਿੱਘੀ ਯਾਦ ਜਿਹੜੀ ਹੈ ਉਹ ਇਸ ਸਮਾਗਮ ਦੇ ਅੰਦਰ ਮਨਾਈ ਜਾ ਰਹੀ ਹੈ। ਅਤੇ ਉਹਨਾਂ ਨੇ ਕਰੀਬ 11:15 ਪੌਣੇ 11 ਤੋਂ ਬਾਅਦ ਸੀ ਛੱਡਿਆ ਸੀ ਅਤੇ ਉਹ ਪ੍ਰੋਗਰਾਮ ਜਿਹੜਾ ਹੈ ਰਾਤ ਦਾ ਵਿੱਚ ਹੈ। 11:30 ਵਜੇ ਸਾਰੀ ਸੰਪੂਰਨਤਾ ਜਿਹੜੀ ਹੋਏਗੀ। ਪਹਿਲਾਂ ਕਿਉਂਕਿ ਕੋਈ ਇਸ਼ਤਿਹਾਰ ਨਹੀਂ ਲਾਏ, ਕੋਈ ਫਲੈਕਸ ਬੋਰਡ ਨਹੀਂ ਲਾਏ, ਕੋਈ ਐਡ ਨਹੀਂ ਕੀਤੀ, ਅਤੇ ਪ੍ਰੋਗਰਾਮ ਪਹਿਲਾਂ ACP ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੋ ਜਾਵੇ, ਜੋ ਕਿ ਸਮੇਂ ਦੇ ਹਾਲਾਤ ਹਨ। ਪਰ ਫਿਰ ਵੀ ਸੰਗਤਾਂ ਦਾ ਪਿਆਰ ਦੇਖ ਕੇ ਵੀ ਭਾਵੇਂ ਕੋਈ ਟਰੱਕ ਜਾਂ ਬੱਸਾਂ ਨਹੀਂ ਲਾਈਆਂ ਗਈਆਂ, ਬਹੁਤ ਸਟੇਟਾਂ ਦੀਆਂ ਜਿਵੇਂ ਬਾਹਰ ਦੀਆਂ ਸੰਗਤਾਂ ਕਰੀਬ ਨਹੀਂ ਆ ਸਕੀਆਂ, ਦੂਜੀਆਂ ਸਟੇਟਾਂ ਦੀਆਂ ਸੰਗਤਾਂ ਕਈ ਆਉਣਾ ਵੀ ਚਾਹੁੰਦੇ ਸੀ, ਤਾਂ ਵੀ ਬੇਨਤੀ ਉਹਨਾਂ ਨੂੰ ਕੀਤੀ ਕਿ ਆਪਣੇ ਵਿਚਾਰ ਦੇ ਨਾਲ ਜਰਾ ਆਓ, ਬਹੁਤੀ ਭੀੜ ਨਹੀਂ ਲਾਉਣੀ ਚਾਹੀਦੀ, ਕਿਉਂਕਿ ਜੋ ਪ੍ਰਸ਼ਾਸਨ ਵੱਲੋਂ ਆਪਾਂ ਸੁਣਨੇ ਆ ਵੈਸੇ ਹਾਲਾਤ ਚੱਲ ਰਹੇ ਨੇ ਅਤੇ ਆਪਾਂ ਉਹਦੇ ਵਿਚਾਰ ਕਰੀਏ। ਆਸਰਾ ਤੇ ਗੁਰੂ ਦਾ ਹੀ ਸਭ ਨੂੰ। ਫਿਰ ਵਿਚਾਰ ਹੋਈ ਕਿ ਗੁਰਦੁਆਰਾ ਸਾਹਿਬ ਅੰਦਰ ਤਾਂ ਭੀੜ ਬਹੁਤ ਹੋ ਜਾਣੀ ਹੈ, ਸੰਗਤਾਂ ਨੇ ਆਉਣਾ ਹੀ ਆਉਣਾ, ਅਤੇ ਫਿਰ ਇੱਥੇ ਵੀ ਬਾਹਰਲਾ ਇਹ ਛੱਡ ਜਿਹੜਾ ਹੈ ਇੱਥੇ ਦੀਵਾਨ ਹੋ ਜਾਵੇ। ਲੰਗਰ ਦੀ ਵਿਚਾਰ ਪਹਿਲਾਂ ਇਹ ਸੀ ਵੀ ਉੱਧਰ ਹੋ ਜਾਏਗਾ ਅਤੇ ਕੁਛ ਇੱਧਰ ਹੈ, ਫਿਰ 2 ਜਗ੍ਹਾ ਪ੍ਰੋਗਰਾਮ। ਫਿਰ ਆਪਣਾ ਪੁਲਿਸ ਅਫੀਸਰ ਆਏ ਅਤੇ ਕਹਿਣ ਲੱਗੇ ਵੀ ਭੀੜ ਹੋ ਜਾਣੀ ਹੈ, ਤੁਹਾਡੇ ਸੰਗਤ ਆ ਰਹੀ ਹੈ। ਉਹਨਾਂ ਕੋਲ ਸਾਰੀਆਂ ਰਿਪੋਰਟਾਂ ਹੁੰਦੀਆਂ। ਅਸੀਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ, ਅਸੀਂ ਤਾਂ ਬੇਨਤੀ ਕੀਤੀ ਨਹੀਂ ਆਉਣ ਵਾਸਤੇ, ਸਿਰਫ ਬੇਨਤੀ ਹੈ ਵੀ ਲਾਈਵ ਸੁਣੋ, ਬਾਕੀ ਕਹਿੰਦੇ ਆ ਜਾਣੀ ਹੈ ਸੰਗਤ, ਸਭ ਪਤਾ ਉਹਨਾਂ ਨੂੰ। ਅਤੇ ਫਿਰ ਇਹ ਕਿ ਭੀੜ ਨਾ ਹੋਵੇ, ਅਤੇ ਫਿਰ ਇਹ ਗੁਰਮਤਾ ਕੀਤਾ, ਵਿਚਾਰ ਕੀਤੀ ਵੀ ਲੰਗਰ ਜਿਹੜਾ ਬਾਹਰ ਵੱਡਾ ਜਿਹੜਾ ਸ਼ੈੱਡ ਹੈ, ਚਲੋ ਲੰਗਰ ਉੱਥੇ ਇਕੱਠਾ ਹੋ ਜਾਵੇ। ਜੋੜੇ ਵੀ ਉਸ ਪ੍ਰਬੰਧ ਕਰੀਬ ਓਨਾ ਹੀ ਸਾਰਾ ਜਿਹੜਾ ਹੋ ਰਿਹਾ। ਆਪ ਜੀ ਦੇ ਅੰਦਰ ਪਿਆਰ ਹੈ। ਜਿਹੜੇ ਬਾਹਰ ਬੈਠੇ ਨੇ ਨਹੀਂ ਆ ਸਕੇ ਭਾਈ, ਉਹਨਾਂ ਦੀ ਵੀ ਹਾਜ਼ਰੀ ਸਤਿਗੁਰ ਦੇ ਦਰ 'ਤੇ ਹੈ, ਕਿਉਂਕਿ ਸੁਰਤ ਕਰਕੇ ਮਨ ਕਰਕੇ ਅਤੇ ਸ਼ਾਇਦ ਸਾਡੇ ਨਾਲ ਵੀ ਜ਼ਿਆਦਾ ਜੁੜੇ ਹੋਣ ਸਾਧ ਸੰਗਤ। ਮਹਾਂਪੁਰਸ਼ ਇੱਕ ਵਾਰੀ ਬਾਹਰਲੇ ਦੇਸ਼ ਤੋਂ ਆਏ, ਅਤੇ ਜਦੋਂ ਆਏ ਅਤੇ ਸੰਗਤ 'ਚ ਬੈਠੇ ਸਨ ਅਤੇ ਹੱਸ ਕੇ ਕਹਿਣ ਲੱਗੇ, ਕਹਿੰਦੇ ਜਦੋਂ ਅਸੀਂ ਬਾਹਰ ਸੀਗੇ ਅਤੇ ਉਦੋਂ ਕਹਿੰਦੇ ਸਾਡਾ ਸਰੀਰ ਉੱਥੇ ਸੀ ਅਤੇ ਸੁਰਤ ਤੁਹਾਡੇ ਵਿੱਚ ਸੀ, ਹੁਣ ਕਹਿੰਦੇ ਅਸੀਂ ਇੱਥੇ ਹਾਂ ਅਤੇ ਸਾਡੀ ਸੁਰਤ ਉਹਨਾਂ ਵਿੱਚ ਆ। ਖਿਆਲ ਹੈ ਵੀ ਉਹ ਯਾਦ ਕਰ ਰਹੇ ਹੈ। ਇਹ ਮਹਾਂਪੁਰਸ਼ਾਂ ਦਾ ਬਚਨ। ਇਸ ਕਰਕੇ ਜਿਹੜੇ ਤੁਸੀਂ ਆਏ ਹੋ ਖੇਚਲ ਚੱਲ ਕੇ, ਜਿਹੜੇ ਨਹੀਂ ਆ ਸਕੇ ਭਾਈ ਉਹ ਵੀ ਜੁੜੇ ਹੋਏ ਨੇ। ਬਾਕੀ ਲਾਈਵ ਚੱਲ ਰਿਹਾ ਹੈ, ਫਾਸਟ ਵੇ 'ਤੇ ਚੱਲ ਰਿਹਾ, ਦੂਸਰਾ YouTube 'ਤੇ ਚੱਲ ਰਿਹਾ। ਸਾਰੇ ਪ੍ਰੋਗਰਾਮ ਸੰਗਤਾਂ ਸਰਵਣ ਕਰ ਰਹੀਆਂ ਹਨ। ਕੇਵਲ ਪੰਜਾਬ ਦੀਆਂ ਹੀ ਨਹੀਂ, ਹਿੰਦੁਸਤਾਨ ਦੀਆਂ ਨਹੀਂ, ਬਾਹਰਲੇ ਦੇਸ਼ਾਂ 'ਚ ਬੈਠੇ ਵੀ ਗੁਰੂ ਪਿਆਰੇ ਸਾਰੇ ਸਰਵਣ ਕਰ ਰਹੇ ਨੇ। ਕਿਰਪਾ ਕਰੋ, ਅਰਦਾਸ ਕਰੋ, ਅਸੀਸਾਂ ਦਿਓ। ਇੰਤਜ਼ਾਮ ਵਿੱਚ ਹੋਰ ਬੇਅੰਤ ਭੁੱਲਾਂ ਹੋ ਜਾਂਦੀਆਂ, ਉਹਦੀ ਅਸੀਂ ਖਿਮਾ ਮੰਗਦੇ ਹਾਂ ਭਾਈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਟਿ ਵਾਰ ਨਮਸਕਾਰ ਹੈ ਅਤੇ ਬੇਨਤੀ ਹੈ ਕਿ ਲੰਗਰ ਪਾਣੀ ਛਕ ਕੇ ਸਾਰੇ ਪ੍ਰੇਮੀਆਂ ਨੇ ਫਿਰ ਭਾਈ ਆ ਜਾਣਾ। ਅਤੇ ਸ਼ਾਮ ਦਾ ਪ੍ਰੋਗਰਾਮ ਕਰੀਬ 10:30 ਵਜੇ ਹੋਏਗਾ ਰਾਤ ਦਾ। ਫਿਰ ਅੰਮ੍ਰਿਤ ਵੇਲੇ ਆਓ ਅਤੇ ਸਾਰਾ ਪ੍ਰੋਗਰਾਮ ਵੱਧ ਤੋਂ ਵੱਧ ਜਿਹੜਾ ਹੈ ਨਾ ਲੰਗਰ ਪਾਣੀ ਛਕਣ ਜਾਓ, ਅਤੇ ਵੱਧ ਤੋਂ ਵੱਧ ਗੁਰੂ ਚਰਨਾਂ 'ਚ ਬੈਠ ਕੇ ਆਪ ਜੀ ਪ੍ਰੋਗਰਾਮ ਜਿਹੜਾ ਨਾ ਉਹ ਸਰਵਣ ਕਰੋ। ਇਹ ਮੇਰੀ ਬੇਨਤੀ ਹੈ। ਅਤੇ ਦਾਸ ਦਾ ਸਰੀਰ ਜਿਹੜਾ ਉਹ ਹੁਣ ਇਸ ਤਰ੍ਹਾਂ ਹੀ ਹੈ, ਕਿਉਂਕਿ ਪਹਿਲਾਂ 16 'ਚ ਸਰਜਰੀਆਂ ਹੋਈਆਂ ਸੀ ਅਤੇ ਹੁਣ ਕਰੋਨਾ ਨੇ ਕਿਰਪਾ ਕੀਤੀ ਹੈ ਅਤੇ ਉਹ ਬੈਠਾ ਨਾ ਸਰੀਰ ਸੌਂ ਜਾਂਦਾ। ਅੱਜ ਸਵੇਰੇ ਮੈਂ ਕਥਾ ਕੀਤੀ ਸੀ ਅਤੇ ਉਵੇਂ ਅੱਗੋਂ ਪਿੱਛੋਂ ਜਦ ਬੈਠਦੇ ਅਤੇ ਫਿਰ ਸਹਿਜੇ ਕਿਉਂਕਿ ਸਮਾਂ ਹੁੰਦਾ ਅਤੇ ਕੁਛ ਸਰੀਰ ਦੇ ਹੁਣ ਇਸ ਤਰ੍ਹਾਂ ਹੀ ਹੈ। ਅਤੇ ਚਲੋ ਇਹਦੇ 'ਚ ਮੈਨੂੰ ਰੋਸ ਕੋਈ ਨਹੀਂ, ਜਿੰਨੀ ਕੁ ਮਾਰੇ ਸੇਵਾ ਲੈਣੀ ਉਨੀ ਕੁ ਤਾਕਤ ਦੇ ਦਿੰਦੇ ਆ। ਅਤੇ ਪਰ ਇਹ ਹੈ ਵੀ ਹੁਣ ਜਿਵੇਂ ਮੈਂ ਫਿਰ ਹਿਸਾਬ ਦੇ ਨਾਲ ਹੀ ਸਟੇਜ 'ਤੇ ਆਉਣਾ, ਇਹਦੀ ਵੀ ਮੈਂ ਖਿਮਾ ਮੰਗਦਾ। ਨਹੀਂ ਅਤੇ ਮੈਂ ਤਾਂ ਬਹੁਤਾ ਸਮਾਂ ਹੁੰਦਾ ਵੀ ਸਟੇਜ 'ਤੇ ਜਾਵਾਂ, ਬੈਠ ਕੇ ਸੁਣਦਾ ਮੈਂ ਸਾਰੇ ਜਿੱਥੇ ਬੈਠਾ ਹੁੰਦਾ, ਉੱਥੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਕਥਾ ਕੀਰਤਨ ਬਚਨ ਮੈਂ ਸਾਰੇ ਸਰਵਣ ਕਰਾਂ।
ਤੇ ਬਹੁਤਾ ਟਾਈਮ ਨਾ ਬੈਠਣ ਕਰਕੇ ਉਹ ਵੀ ਦਾਸ ਕਿਵੇਂ ਮੰਗਦਾ। ਵੈਸੇ ਇਹ ਵੀ ਹੁੰਦਾ ਵੀ ਦੇਖਣਾ ਵੀ ਹੁੰਦਾ, ਰਿਹਾ ਨਹੀਂ ਜਾਂਦਾ ਭਈ ਲੰਗਰ ਕਿਵੇਂ ਚੱਲਦਾ ਹੈ, ਉੱਧਰ ਹੈ ਇੱਧਰ ਆ ਕਮਰੇ ਹੈ। ਤੇ ਉਹ ਐਤਕਾਂ ਅੱਗੇ ਸਿੰਘ ਦੂਸਰੇ ਹੁੰਦੇ ਸੀ ਤੇ ਐਤਕਾਂ ਉਹ ਕਮਰੇ ਵੀ ਜਿਹੜੇ ਆ ਵੀ ਸਾਰਿਆਂ ਨੂੰ ਦੇਣੇ ਹੁੰਦੇ ਆ। ਭਾਈ ਮਨਜੀਤ ਸਿੰਘ ਮੈਨੂੰ ਕਹਿੰਦੇ ਤੁਹਾਨੂੰ ਆਰਾਮ ਰਾਤ ਮਿਲ ਗਿਆ ਹੋਣਾ। ਮੈਂ ਕਿਹਾ ਹਾਂ ਬਹੁਤ ਆਰਾਮ ਮਿਲਿਆ ਭਾਈ ਹੈ। ਹੁਣ ਜਿਹੜੇ ਰਾਤ ਨੂੰ ਭਾਈ ਆਉਣੇ ਆ ਉਹਦਾ ਧਿਆਨ ਹੁੰਦਾ ਵੀ ਫਲਾਣੇ ਥਾਂ ਤੋਂ ਚੱਲੇ ਆ, ਇੰਨੇ ਘੰਟੇ 'ਚ ਪਹੁੰਚਣਾ, ਪਹੁੰਚੇ ਕਿ ਨਹੀਂ ਪਹੁੰਚੇ। ਤੇ ਜਿੰਨਾ ਚਿਰ ਉਹਨਾਂ ਨੂੰ ਕਮਰੇ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਮਨ ਨੂੰ ਤਸੱਲੀ ਨਹੀਂ ਆਉਂਦੀ। ਭਾਈ ਇਹ ਗੁਰੂ ਦੀ ਸੰਗਤ ਹੈ ਵੀ ਸੰਗਤ ਹਰ ਪ੍ਰਭ ਵਸਿਆ ਜੀ। ਸੰਗਤ ਵੱਡੀ ਹੈ ਭਾਈ, ਅਸੀਂ ਸੇਵਾਦਾਰ ਹਾਂ, ਫਿਰ ਵੀ ਸਾਡੇ ਕੋਲ ਤਰੁੱਟੀਆਂ ਰਹਿ ਜਾਂਦੀਆਂ। ਤੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਤੇ ਸਾਰਾ ਸਾਰੇ ਜਿਹੜੇ ਸੇਵਾਦਾਰ ਆ ਉਹ ਉਨੇ ਕੁ ਸੇਵਾ 'ਤੇ ਰਹਿਣ। ਬਾਕੀ ਇੱਥੇ ਗੁਰੂ ਦਰਬਾਰ 'ਚ ਪਹੁੰਚੋ ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਤੇ ਕੋਸ਼ਿਸ਼ ਕਰਾਂਗੇ ਵੀ ਜਿਹੜਾ ਪ੍ਰੋਗਰਾਮ ਆਉਣ ਵਾਲਾ ਹੈ ਜੇ ਕਿਸੇ ਦਾ ਘੱਟ ਰਹਿ ਗਿਆ ਹੋਵੇ ਤਾਂ ਉਹਦੇ ਵਿੱਚ ਸੈੱਟ ਕਰਕੇ ਤਾਂ ਕਿ ਸਾਰੇ ਜਿਹੜੇ ਹਾਜ਼ਰੀ ਭਰ ਸਕਣ। ਆਓ ਸਾਰੇ ਗੋਸਤ ਵਿੱਚ ਬੋਲਣ ਦੀ ਖੇਚਲ ਕਰੋ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ
ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।